रोजाना एक इंडिपेंडेंट इवेंट करके नहीं देखा जा सकता। इट इज अ मूवमेंट, गुरुद्वारा सुधार मूवमेंट। एंड ये मूवमेंट तो जो सानू उस टाइम दियां सेधां मिलियां ने ते अगे जाके भी असी इस तो किवें सेध लै सकदे हां। हाउ इट इज बोथ कंटेम्परेरी एंड अ हिस्टोरिकल इवेंट। ये सानू साडे स्पीकर्स जिहड़े इस दे उत्ते काफी रिसर्च कर चुके ने वो सानू दसणगे। So before I say welcome to our speakers, I would like to thank our media partners who have been helping us to do this and who are our continuous support. Rosanna Spokesman, the Punjabi Media, and Sursagar TV ਤੇ radio. ਇਹ ਸਭ ਅੱਜ ਦਾ ਇਵੈਂਟ ਲਾਈਵ ਕਰ ਰਹੇ ਨੇ ਤੇ ਬਾਕੀ ਸਾਡੇ ਹੋਰ ਜਿਹੜੇ ਮੀਡੀਆ ਪਾਰਟਨਰਸ ਨੇ ਸਿੱਖ ਸਿਆਸਤ, ਕੌਮੀ ਆਵਾਜ਼ ਤੇ ਟਾਈਮ ਟੀਵੀ ਚੜ੍ਹਦੀ ਕਲਾ, ਇਹ ਸਾਡੇ ਨਾਲ ਜੁੜੇ ਹੋਏ ਹਨ ਤੇ ਰਿਕਾਰਡਿੰਗ ਆਪਣੀਆਂ ਆਪਣੇ ਵੈਬਸਾਈਟਸ ਤੇ ਆਪਣੇ ਮੀਡੀਆ ਦੌਰਾਨ ਤੇ ਆਲਸੋ ਸਾਡੀ ਵੈਬਸਾਈਟ ਵਾਸਤੇ ਵੀ ਇਹ ਸਾਨੂੰ ਰਿਕਾਰਡਿੰਗਸ ਦੇਣਗੇ ਜੋ ਆਪ ਜੀ ਵਾਸਤੇ ਅਵੇਲੇਬਲ ਹੋਣਗੀਆਂ। ਤੇ ਫਾਈਨਲੀ ਇਹ ਸਾਡੀ ਸਾਰੀਆਂ ਰਿਕਾਰਡਿੰਗਸ ਤੇ ਇਹਨਾਂ ਤੋਂ ਜੋ ਆਪਾਂ ਸੇਧ ਲੈਂਦੇ ਆ ਇਹ ਇੱਕ ਬੁੱਕ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਏਗੀ ਥਰੂ PDF or through a hardbound book as well, ताकि ਅਸੀਂ ਸਾਰੇ ਜਣੇ ਇਸ ਤੋਂ ਇਹਨੂੰ ਇੱਕ ਇੰਡੀਪੈਂਡੈਂਟ ਅਨਰਿਲੇਟਡ ਇਵੈਂਟ ਨਾ ਸਮਝੀਏ। ਇਸ ਤੋਂ ਜੋ ਸੇਧਾਂ ਮਿਲੀਆਂ ਨੇ ਉਹਨਾਂ ਨੂੰ ਅਸੀਂ ਅੱਗੇ ਆਪਣੀ ਜ਼ਿੰਦਗੀ 'ਚ ਕੰਟੀਨਿਊ ਰੱਖੀਏ। ਸੋ ਵਿਦਆਊਟ ਫਰਦਰ ਅਡੂ ਸਾਰਿਆਂ ਦਾ ਜੀ ਆਇਆਂ ਨੂੰ, ਥੈਂਕ ਯੂ। ਐਂਡ ਹੁਣ ਮੈਂ ਰਿਕੁਐਸਟ ਕਰਾਂਗੀ ਡਾਕਟਰ ਨਿਰਮਲ ਸਿੰਘ ਨੂੰ, ਉਹ ਆਪਣਾ ਟੌਪਿਕ ਸਾਕਾ ਨਨਕਾਣਾ ਸੇਧ ਅੱਜ ਤੇ ਸਾਕਾ ਨਨਕਾਣਾ ਤੋਂ ਸੇਧ ਅੱਜ ਦੇ ਵਾਸਤੇ ਵੀ ਕਿੰਨੀ ਇੰਪੋਰਟੈਂਟ ਹੈ ਉਸ ਤੇ ਗੱਲ ਕਰਨਗੇ। ਐਂਡ ਐਜ਼ ਪਰਮਿੰਦਰ ਵੀਰ ਜੀ ਸੈਡ, ਇਹ ਫੇਸਬੁੱਕ ਤੇ ਵੀ ਲਾਈਵ ਚੱਲ ਰਿਹਾ ਹੈ। ਚੰਗਾ ਜੀਓ, ਇੰਜੋਏ ਦ ਡਿਸਕਸ਼ਨ ਤੇ ਆਈ ਹੋਪ ਸਾਰਿਆਂ ਵਾਸਤੇ ਵੀ ਇਹ ਲਰਨਿੰਗ ਓਪਰਚੁਨਿਟੀ ਹੋਵੇ ਜਿਵੇਂ ਸਾਡੇ ਵਾਸਤੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। So, as the hosts have introduced, this lecture that I am going to deliver with the grace of God, that is on ਸਾਕਾ ਨਨਕਾਣਾ ਸਾਹਿਬ। ਔਰ ਕਿਉਂਕਿ ਮੈਂ ਜਿਹੜਾ ਇਹਦਾ ਪੈਂਪਲੇਟ ਜਿਹੜਾ ਦੇਖਿਆ ਸੀ ਉਹ ਪੰਜਾਬੀ ਦੇ ਵਿੱਚ ਸੀ, ਗੁਰਮੁਖੀ ਦੇ ਵਿੱਚ ਸੀ। ਸੋ ਮੇਰੀ ਕੋਸ਼ਿਸ਼ ਵੀ ਇਹ ਹੋਊਗੀ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪੰਜਾਬੀ ਜਾਂ ਮਿਕਸ ਵਿੱਚ ਹੀ ਆਪ ਜੀ ਦੇ ਮੁਖਾਤਿਬ ਹੋ ਸਕਾਂ। ਸੋ ਮੇਰਾ ਵਿਸ਼ਾ ਜਿਵੇਂ ਦੱਸਿਆ ਗਿਆ ਕਿ ਸਾਕਾ ਨਨਕਾਣਾ ਸਾਹਿਬ, ਉਹਦੇ ਰਾਜਨੀਤਿਕ ਕਾਰਨ ਤੇ ਪ੍ਰਭਾਵ ਇਸ ਦੇ ਨਾਲ ਜੁੜਿਆ ਹੋਇਆ। ਸੋ ਕਿਉਂਕਿ ਮੈਂ ਰਾਜਨੀਤੀ ਦਾ ਵਿਦਿਆਰਥੀ ਹਾਂ, ਮੇਰੇ ਤੋਂ ਬਾਅਦ ਡਾਕਟਰ ਦਿਲਬਾਗ ਸਿੰਘ ਨੇ ਲੈਕਚਰ ਦੇਣਾ, ਉਹ ਹਿਸਟਰੀ ਦੇ ਵਿਦਿਆਰਥੀ ਨੇ। ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਰਾਜਨੀਤੀ ਦੇ ਪ੍ਰਵੇਖ ਵਿੱਚ ਹੀ ਇਹਨਾਂ ਚੀਜ਼ਾਂ ਨੂੰ ਵਾਚਾਂ ਤੇ ਜਿੱਥੇ ਵੀ ਮੇਰੀਆਂ ਫੈਕਚੁਅਲ ਜੋ ਵੀ ਗਲਤੀਆਂ ਹੋਣਗੀਆਂ ਉਹ ਡੈਫੀਨੇਟਲੀ ਡਾਕਟਰ ਦਿਲਬਾਗ ਸਿੰਘ ਨੂੰ ਕਰੈਕਸ਼ਨਸ ਉਹਨਾਂ ਵਿੱਚ ਕਰ ਦੇਣਗੇ ਔਰ ਆਪ ਜੀ ਨੂੰ ਇੱਕ ਪੂਰਾ ਓਵਰਵਿਊ ਜਿਹੜਾ ਇਸ ਚੀਜ਼ ਦਾ ਦਿੱਤਾ ਜਾ ਸਕੇਗਾ। ਸੋ ਨਨਕਾਣਾ ਸਾਹਿਬ ਸਾਕੇ ਦੀ ਗੱਲ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਤੇ ਗੁਰਦੁਆਰਾ ਸੁਧਾਰ ਮੂਵਮੈਂਟ ਦੀ ਗੱਲ ਚੱਲਦੀ ਹੈ। ਗੁਰਦੁਆਰਾ ਸੁਧਾਰ ਮੂਵਮੈਂਟ ਦੀ ਗੱਲ ਕਰਦੇ ਹਾਂ ਤੇ ਸਿੱਖੀ ਦੀ ਗੱਲ ਚੱਲਦੀ ਹੈ, ਗੁਰਦੁਆਰੇ ਦੀ ਗੱਲ ਚੱਲਦੀ ਹੈ। ਸੋ ਮੈਂ ਸ਼ੁਰੂਆਤ ਆਪਣੇ ਲੈਕਚਰ ਦੀ ਇਸ ਆਪਣੀ ਵਾਰਤਾ ਦੀ ਸ਼ੁਰੂਆਤ ਗੁਰਦੁਆਰੇ ਦੀ ਮਹੱਤਤਾ ਤੋਂ ਸ਼ੁਰੂ ਕਰਦੇ। ਦੇਖੋ, ਜਦੋਂ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਪ੍ਰਚਾਰ ਕਰਦੇ, ਸਿੱਖੀ ਦਾ ਪ੍ਰਚਾਰ ਕਰਦੇ, ਸਾਰੀ ਦੁਨੀਆ ਦੇ ਵਿੱਚ ਉਦਾਸੀਆਂ ਕਰ ਰਹੇ, ਉਹ ਜਿੱਥੇ ਵੀ ਜਾ ਰਹੇ ਉੱਥੇ ਲੋਕਾਂ ਨੂੰ ਸੰਗਤ ਰੂਪ ਵਿੱਚ ਸੰਬੋਧਨ ਕਰਕੇ ਤੇ ਸਮਾਜਿਕ, ਧਾਰਮਿਕ, ਸੱਭਿਆਚਾਰਕ, ਰਾਜਨੀਤਿਕ, ਆਰਥਿਕ ਹਰੇਕ ਵਿਸ਼ੇ ਦੇ ਵਿੱਚ ਸੁਧਾਰ ਦੀ ਗੱਲ ਕਰ ਰਹੇ।
सो हौली हौली यह ਥਾਵਾਂ ਜਿਵੇਂ ਕਿ ਸਿੱਖੀ ਇਤਿਹਾਸ ਨੂੰ ਜਾਣਨ ਵਾਲੇ ਸਮੇਂ ਧਰਮਸ਼ਾਲ ਦੇ ਰੂਪ ਵਿੱਚ ਸਾਹਮਣੇ ਆਈਆਂ। ਸੋ ਇਹ ਧਰਮਸਾਲ ਜਿਵੇਂ ਕਿ ਸਿੱਖ ਸਿਧਾਂਤ ਸਿਰਫ ਧਾਰਮਿਕ ਨਹੀਂ ਹੈ, ਰਾਜਨੀਤਿਕ ਵੀ ਹੈ, ਸੱਭਿਆਚਾਰਕ ਵੀ ਹੈ, ਜੀਵਨ ਦੇ ਹਰੇਕ ਪੱਖ ਨਾਲ ਜੁੜਦਾ ਹੈ। ਇਸੇ ਤਰ੍ਹਾਂ ਸਮੇਂ ਦੇ ਨਾਲ ਇਹ ਧਰਮਸ਼ਾਲਾਵਾਂ, ਗੁਰਦੁਆਰੇ, ਗੁਰੂ ਦੇ ਦੁਆਰੇ, ਇਹ ਸਿੱਖਾਂ ਦੀ ਜਾਂ ਸਮਾਜ ਦੀ ਹਰੇਕ ਜੀਵਨ ਦੀ ਹਰੇਕ ਸ਼ੈਲੀ ਦਾ ਇੱਕ ਬੜਾ ਵੱਡਾ ਹਿੱਸਾ ਬਣ ਗਏ। ਸਾਡੇ ਤਿਉਹਾਰ ਗੁਰਦੁਆਰਿਆਂ ਵਿੱਚ ਮਨਾਏ ਜਾਣ ਲੱਗ ਪਏ। ਸਾਡੇ ਰੋਜ਼ਮर्रा ਦੇ ਕਾਰਜ, ਆਨੰਦ ਕਾਰਜ, ਹੋਰ ਸਮਾਜਿਕ ਕਾਰਜ, ਜੀਵਨ ਨਾਲ ਜੁੜੇ ਕਾਰਜ ਗੁਰਦੁਆਰਿਆਂ 'ਚ ਹੋਣ ਲੱਗ ਪਏ। ਰਾਜਨੀਤਿਕ, ਆਰਥਿਕ ਵਿਸ਼ਿਆਂ ਉੱਤੇ ਗੱਲਾਂ ਗੁਰਦੁਆਰਿਆਂ 'ਚ ਹੋਣ ਲੱਗ ਪਈਆਂ। ਸਾਡੀ ਵਿੱਦਿਆ ਦਾ ਇੱਕ ਮੁੱਖ ਹਿੱਸਾ ਗੁਰਦੁਆਰਾ ਸਾਹਿਬ ਜਿਹੜੇ ਸੀ ਉਹ ਬਣ ਕੇ ਉੱਭਰੇ। ਇਸ ਕਰਕੇ ਸਿੱਖੀ ਸਿਧਾਂਤ ਵਿੱਚ, ਸਿੱਖ ਧਰਮ ਵਿੱਚ ਗੁਰਦੁਆਰੇ ਬਹੁਤ ਮਹੱਤਤਾ ਰੱਖਦੇ ਹਨ। ਇੱਕ ਕੇਂਦਰ ਬਿੰਦੂ ਦੇ ਵਰਗੂ ਹਨ, ਜਿਸ ਦੇ ਦੁਆਲੇ ਸਿੱਖੀ ਜੀਵਨ ਜਾਚ ਘੁੰਮਦੀ ਹੈ। ਕਿਉਂਕਿ ਸਮੇਂ ਦੇ ਨਾਲ ਦਸਾਂ ਪਾਤਸ਼ਾਹੀਆਂ ਨੇ ਆਪਣੇ ਸਮਿਆਂ ਦੇ ਵਿੱਚ ਬਹੁਤ ਚੀਜ਼ਾਂ ਨੂੰ ਇੱਕ ਪ੍ਰੋਸੈਸ ਦੇ ਵਿੱਚ ਅਗਾਂਹ ਵਧਾਇਆ। ਉਸੇ ਪ੍ਰੋਸੈਸ ਵਿੱਚ ਅੱਗੇ ਚੱਲਦਿਆਂ ਗੁਰੂ ਰਾਮਦਾਸ ਪਾਤਸ਼ਾਹ, ਚੌਥੇ ਪਾਤਸ਼ਾਹ, ਗੁਰਦੁਆਰਿਆਂ ਰਾਹੀਂ ਸਿੱਖੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਮਸੰਦ ਲੈ ਕੇ ਆਉਂਦੇ। ਸੋ ਉਹ ਮਸੰਦ ਸਿੱਖ ਧਰਮ ਦੇ ਪ੍ਰਚਾਰਕਾਂ ਦੇ ਤੌਰ ਤੇ, ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਤੌਰ ਦੇ ਉੱਤੇ ਵਿਚਰਦੇ ਨੇ ਸਿੱਖਾਂ ਵਿੱਚ। ਜਿੱਥੇ ਗੁਰੂ ਸਾਹਿਬ ਸਰੀਰਕ ਰੂਪ ਵਿੱਚ ਉਸ ਵਕਤ ਨਹੀਂ ਹਨ, ਕਿਉਂਕਿ ਧਰਮ ਦਾ ਪ੍ਰਚਾਰ, ਸਿੱਖੀ ਦਾ ਪ੍ਰਚਾਰ ਬਹੁਤ ਜਗ੍ਹਾ ਤੇ ਪੈਰਲਲ ਕੀਤਾ ਜਾ ਰਿਹਾ। ਸੋ ਮਸੰਦ ਉਹ ਡਿਊਟੀ ਨੂੰ ਨਿਭਾ ਰਹੇ ਹਨ। ਪਰ ਸਮੇਂ ਦੇ ਨਾਲ ਗੁਰੂ ਹਰਿਰਾਏ ਪਾਤਸ਼ਾਹ ਤੱਕ ਆਉਂਦਿਆਂ, ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਤੱਕ ਆਉਂਦਿਆਂ, ਇਹ ਮਸੰਦ ਬਹੁਤ ਕਰਪਟ ਜਿਹੜੇ ਆ ਸਮੇਂ ਦੇ ਨਾਲ ਹੋ ਜਾਂਦੇ ਹਨ। ਖੁਦ ਨੂੰ ਜਗੀਰਾਂ ਦੇ ਮਾਲਕ ਸਮਝਣਾ ਸ਼ੁਰੂ ਕਰ ਦਿੰਦੇ ਹਨ। ਸਿੱਖਾਂ ਦੁਆਰਾ ਇਕੱਠੀ ਕੀਤਾ ਗਿਆ ਦਸਵੰਧ ਗੁਰੂ ਸਾਹਿਬ ਤੱਕ ਨਾ ਪਹੁੰਚਾਉਂਦੇ ਹੋਏ ਖੁਦ ਉਸ ਦੀ ਐਸ਼ੋ ਇਸ਼ਰਤ ਵਿੱਚ ਵਰਤਣਾ ਸ਼ੁਰੂ ਕਰ ਦਿੰਦੇ ਹਨ। ਸੋ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਇਸ ਮਸੰਦ ਪ੍ਰਥਾ ਨੂੰ ਖਤਮ ਕਰ ਦਿੰਦੇ ਹਨ ਔਰ ਬੜੀਆਂ ਸਖਤ ਸਜ਼ਾਵਾਂ ਜਿਹੜੇ ਕਰਪਟ ਮਸੰਦ ਉਹਨਾਂ ਨੂੰ ਦਿੰਦੇ। ਫਿਰ ਬੰਦਾ ਸਿੰਘ ਬਹਾਦਰ ਉਹਨਾਂ ਦਾ ਦੌਰ ਆਉਂਦਾ ਹੈ। ਉਹਨਾਂ ਦੇ ਦੌਰ ਤੋਂ ਬਾਅਦ 1716 ਤੋਂ ਬਾਅਦ ਸਿੱਖੀ ਜਾਂ ਸਿੱਖਾਂ ਦੇ ਪ੍ਰਤੀ ਸਰਕਾਰ ਦਾ ਰਵੱਈਆ, ਉਸ ਸਮੇਂ ਦੀਆਂ ਸਰਕਾਰਾਂ ਦਾ ਰਵੱਈਆ ਬਹੁਤ ਜ਼ੁਲਮ ਵਾਲਾ। ਉਸ ਸਮੇਂ ਦੇ ਬਾਦਸ਼ਾਹ ਬਹਾਦਰ ਸ਼ਾਹ, ਉਸ ਤੋਂ ਬਾਅਦ ਫਾਰੂਕਸਿਆਰ, ਪੰਜਾਬ ਦੇ ਗਵਰਨਰ ਜਿਹੜਾ ਸਮਦ ਖਾਨ, ਜ਼ਕਰੀਆ ਖਾਨ, ਮੀਰ ਮੰਨੂ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦੇ। ਸਿੱਖਾਂ ਨੂੰ ਜੰਗਲਾਂ ਵਿੱਚ ਲੁਕ ਛਿਪ ਕੇ, ਮੌਕਿਆਂ ਦੀ ਤਲਾਸ਼ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਪੈ ਰਿਹਾ। ਇਸ ਸਮੇਂ ਇਹਨਾਂ ਗੁਰੂ ਘਰਾਂ ਦੀ ਸਾਂਭ ਸੰਭਾਲ ਉਦਾਸੀਏ, ਨਿਰਮਲੀਏ ਜਿਹੜੇ ਸਾਧੂ ਸੰਤ ਉਹਨਾਂ ਦੁਆਰਾ ਕੀਤੀ ਜਾਂਦੀ। ਪਰ ਬੜਾ ਕੰਟਰੋਵਰਸ਼ੀਅਲ ਵਿਸ਼ਾ ਅੱਜ ਦੇ ਸਮੇਂ ਤੱਕ ਸਾਡਾ ਜਿਹੜਾ ਹੈ, ਇਹ ਸਹਿਜਧਾਰੀ ਸਿੱਖ ਜਿਹੜੇ ਹਨ ਉਹਨਾਂ ਨੂੰ ਸਹਿਜਧਾਰੀ ਸਿੱਖਾਂ ਦੇ ਵਿੱਚ ਉਸ ਸਮੇਂ ਗਿਣਿਆ ਜਾ ਸਕਦਾ ਸੀ, ਜਿਹੜੇ ਬਾਣੇ ਦੇ ਤੌਰ ਦੇ ਉੱਤੇ ਸਿੱਖ ਨਹੀਂ ਸਨ ਪਰ ਸਿੱਖੀ ਸਿਧਾਂਤਾਂ ਦੇ ਵਿੱਚ ਆਸਥਾ ਰੱਖਦੇ ਸਨ। ਉਸ ਸਮੇਂ ਦੇ ਉਦਾਸੀਏ, ਉਸ ਸਮੇਂ ਦੇ ਨਿਰਮਲੀਏ ਸੰਤ। ਸੋ ਇਹ ਉਦਾਸੀਏ, ਨਿਰਮਲੀਏ ਸੰਤ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਉਸ ਵਕਤ ਵੇਖ ਰਹੇ ਹਨ, ਉਸ ਸਮੇਂ ਜਦੋਂ ਸਿੱਖਾਂ ਦੇ ਉੱਤੇ ਬਹੁਤ ਭਾਰੀ ਜ਼ੁਲਮ ਸਰਕਾਰਾਂ ਦੁਆਰਾ ਕੀਤੇ ਜਾ ਰਹੇ ਹਨ, ਇਹ ਮਹੰਤ ਕਹਾਉਣੇ ਸ਼ੁਰੂ ਹੁੰਦੇ ਹਨ।
महंतां के तौर के उत्ते। और ये महंत इस तरह नहीं हैं कि किसी एक गुरुद्वारे के मालक बन के बैठे हैं। ये महंत साधुआं वांग ही चलते रहते हैं, एक गुरुद्वारा साहब तो दूजे गुरुद्वारा, और उत्थे जाके सेवा निभाते रहते। फिर समा आउंदा जी महाराजा रणजीत सिंह दा। महाराजा रणजीत सिंह का मिसलों का समा आउंदा है। महाराजा रणजीत सिंह अते होर मिसलदार गुरुद्वारा साहब जिहड़े उन्होंने वड्डियां जगीरां दिंदे हैं। बड़े जिहड़े प्रमुख गुरुद्वारे आ उन्हां दे नाम से बहुत वड्डियां जगीरां लाइयां जांदियां, जिन्हां असीं टैक्स फ्री जगीरां जिहड़ियां लाइयां जांदियां। ये जगीरां हौली हौल उन्हां महंतां जिहड़े कि समय नाल जिन्हां दे मन विच पैसे प्रति ताकत प्रति लालसा पैदा हो रही है, उन्हां महंतां नूं करप्ट करन विच योगदान निभाउणा शुरू कर दिंदियां। फिर पंजाब दे खिते दे विच कैनाल सिस्टम शुरू हुंदा है। कैनाल सिस्टम जिहड़ा उहदे करके इन्हां जगीरां दा मुੱਲ कई गुणा वध जांदा, इन्हां दी उपज कई गुणा वध जांदी। अंग्रेज़ां दा समा आ जांदा और अंग्रेज़ां ने जदों 1849 दे विच पंजाब नूं कैप्चर किया, उस समय उन्होंने जो एक्सपीरियंसिस हासिल किए उस जंग के दौरान, वो एक्सपीरियंस उन्होंने आ सन कि पंजाब के लोग बाकी भारत के लोगों नालों वखरे, इत्थों का हिंदू बाकी भारत के हिंदू वर्गा नहीं, इत्थों का मुसलमान बाकी भारत के मुसलमान वर्गा नहीं। और राजनीति का स्टूडेंट होने के नाते, विद्यार्थी होने के नाते, मैं आप जी ना एक होर गल शेयर करना चाहना कि जिहड़े जिहड़े उस जोड़े अंग्रेज़ ने उन्हां दे राज बारे कहा जाता कि उन्हां दा राज, उन्हां दे राज विच सूरज नहीं सी डुबदा, क्योंकि बहुत वड्डे खिते च उन्हां राज किया। सो वो राज इस करके कर सके क्योंकि उन्हां वास्ते राज की जां सत्ता की समझ ताकत दे नाल है। साडे सिੱਖੀ सिद्धांतां या इन्हां सिद्धांतां च सत्ता की समझ सेवा नाल है। जदों कि अंग्रेज या वैसटर्न जिन्ना भी जिन्हों पोलिटिकल साइंस आपां कह लईए, वैसटर्न पोलिटिकल जिहड़ा कंसैप्ट आ उहदे विच जिहड़ा रियलिस्ट आ, मरगेंथ्यू दीयां थीरीज आ जां होर रियलिस्ट स्कूल ऑफ थॉट जिहड़ा, उन्हां वास्ते सत्ता शक्ति का प्रतीक, शक्ति दे नाल जुड़िया होया है ना। साडी सिੱਖੀ दे विच सत्ता शक्ति ते सेवा नाल जुड़िया होया। असीं सेवा के तौर के इसे करके जदों बादशाह मीरी पीरी का सिद्धांत लियाउंदे ने ते धर्म के अधीन सत्ता नूं लियाउंदे ने, धर्म के अधीन सत्ता नूं लियाउंदे ने। धर्म कोई क्लोज्ड सेंस नहीं धर्म की, धर्म जिहड़ा बहुत इखलाकी तौर उत्ते संपूर्ण यूनीवर्सल। सो अंग्रेज़ां दा राजनीति का तरीका जंग के तरीके आ, और जंग का पहले सिद्धांत जंग का की सिद्धांत आ, जंग का सिद्धांत आ कि सब तो पहला अपने दुश्मन नूं जाणो, अपने दुश्मन दीयां ताकत नूं जाणो, उहदियां कमजोरियां नूं जाणो। सो अंग्रेज जिथे भी गए इन्हां ने सब तो पहला अपनियां गुलाम कौमां दे लिटरेचर नूं पढ़िया, लिटरेचर नूं समझण दी कोशिश की और उहदे आधार दे उत्ते चीज़ां नूं वाचिया, उहदे आधार दे उत्ते उन्हां नूं डील किया। सो इन्हां ने जदों पंजाब दे विच राज अपना शुरू किया 1849 तो बाद, इन्हां ने पंजाब विच भी हरेक इत्थों दे लिटरेचर, इत्थों दे कल्चर उन्होंने समझण वास्ते इनू ट्रांसलेट भी कराया, उन्होंने समझिया भी, खुद भी पंजाबी सीखी है ना, हरेक हीला वसीला वरते। सो इन्हां हीलियां वसीलियां दे वरतन दे नाल नाल अंग्रेज़ां दे विच एक जिहड़ी सेंस आ, जिहड़ी वैसटर्न सेंस आ, वो हमेशा रही, जिन्हों वो वाइट मैनस बर्डन कहते रहे कि अंग्रेज या ब्रिटिशर्स या मास्टर गुलाम नालों सुपीरियर है। सो ये सुपीरियोरिटी ते इनफीरियोरिटी का जिहड़ा सिद्धांत सी वो अंग्रेज़ां ने
पंजाब ऑबवियसली भारत पूरे विच भी लागू किया, पंजाब विच भी लागू होया। सो समय दे नाल अंग्रेजी लिटरेचर की पहुँच भारतीयों तक पहुँची, पंजाबियों तक भी पहुँची। पंजाबियों ने वो लिटरेचर पढ़िया, बहुत जिहड़े वैसटर्न स्कूल्स इत्थे खुल गए। उहदे नाल वैसटर्नाइजेशन, सैंस्क्रटाइजेशन, जिद्दां कि साडे सोशियोलॉजिस्ट जिहड़े आ वो इहनूं बयान करते हैं, वो चीज़ों का प्रचार होया और वो इनफीरियोरिटी सुपीरियोरिटी का कंपलैक्स जिहड़ा है वो इत्थों के लोगों में भरन की कोशिश की गई। इहदे नाल नाल ही जिहड़ा वैसटर्न पोलिटिकल थॉट आ वो एक चीज़ होर दे उत्ते बड़ा जोर रखदा कि सत्ता नूं हासिल करने वास्ते जिद्दां ग्रामशकी दे व्यू आउंदे आ कि 3 पद्धर दे उत्ते तुसीं सत्ता नूं हासिल करदे जे। एक आ राजनीतिक पद्धर ते, आर्थिक पद्धर ते साइकोलॉजिकल पद्धर ते। सो जिहड़ा एक साइकोलॉजिकल वारफेयर अंग्रेज़ां ने इस सुपीरियोरिटी इनफीरियोरिटी इन्हां चीज़ां चों शुरू किया। समय दे नाल वैसटर्न एजुकेशन दे नाल और अपनी खुद जिहड़े 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 लोगों ने एक्सपीरियंसिस कीते, जिहड़े तजर्बे लोगों नूं आप नूं होए इस सारे दौर दे विच, उन्हें सिखां अंदर किते ना किते अपनी आइडेंटिटी कॉन्शियसनैस नूं जगाउणा शुरू किया। उस आइडेंटिटी कॉन्शियसनैस के दौरान जदों सिखां ने आ गल सोचनी शुरू की भी असीं कौन आ, साडा मूल की है, उस मूल तो उभरन की कोशिश दे विच, उस मूल नूं जानन की कोशिश दे विच और इस इनफीरियोरिटी सुपीरियोरिटी के कंपलैक्सिस तो उभरन की कोशिश दे विच सिखां दे अंदर बड़ियां फिर मूवमेंट्स जिहड़ियां चलणियां शुरू होईयां, जिन्हां नूं तुसीं सुधार मूवमेंटां दे तौर ते वेखदे जी। इहदे नाल होर कई जुड़वें कारण भी आ, जिहदे विच जिहड़ा जिहड़ा क्रिश्चन मिशनरीज़ दा रोल भी आउंदा भी वो जिहड़े सिखां दे बच्चिआं नूं, हिंदुआं दे बच्चिआं नूं क्रिश्चन बनाउण की कोशिश कर रहे हैं और सरकार उन्हां दी सपोर्ट ते आ क्योंकि सरकार क्रिश्चन है। इस करके उन्हां हालातां ने भी सिखां नूं अपनी आइडेंटिटी नूं जिहड़ा ही पछाणन ते उहनूं असर्ट करन दे वास्ते जिहड़ा ही मोटिवेट कीता। सो इस सारे सिस्टम के चलदियां हुण अंग्रेज़ जदों पंजाबियां नूं या खासकर सिखां नूं अपने अधीन रखना चाहुंदा, इस नूं अधीन रखण दे मंतव हेठ जिहड़ी साइकोलॉजिकल वार चलाउण डिया, उहदे विच उहने आ चीज़ वेखी कि किसी भी कौम नूं अपने अधीन करना ते जरूरी आ कि उहनूं इंस्टीट्यूशनलाइज किया जाए और उस नूं इंस्टीट्यूशनलाइज करन तो बाद उहदे इंस्टीट्यूशनस नूं अपने कब्जे च किया जाए, क्योंकि इंस्टीट्यूट एक वक्री तरह की मतलब अपर हैंड प्रोवाइड करते हैं सत्ता। देखो दो चीज़ां ने, एक पावर एक है इन्फ्लुएंस। सो पावर दे नाल शक्ति दे नाल किसी नूं अधीन करना, उहदे विच किते ना किते जिहड़ा 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 अधीन हो गया वो रजिस्टेंस पैदा करूगा, वो रजिस्टेंस लियाऊगा। पर जदों तुसीं उहनूं प्रभाव दे नाल अपनी अधीनगी विच लिआउंदे हो, गल हुण भी तुसीं उहनूं अपनी मना रहे हो पर वो खुद मन रहा और आ सोच के मन रहा कि मैं भी इहो गल चाहुंदा। इस तरह नाल कौमां नूं प्रभाव दे हेठ लिया के अपनी अधीनगी विच रखण वास्ते उन्हां इंस्टीट्यूशनस नूं कब्जे विच करना जरूरी है जिन्हां इंस्टीट्यूशनस दा सब तो ज़्यादा प्रभाव उस कौम दे उत्ते होवे। इस करके जदों अंग्रेज इस सारे लिटरेचर नूं, इस सारे कल्चर नूं समझदे आ, उहदे बारे विचार करदे आ ते अल्टीमेटली इस नतीजे ते पहुंचदे आ कि सिखां दे गुरुद्वारियां नूं कंट्रोल विच करना सब तो जरूरी है, क्योंकि यह वो सोमा ने जिथों इन्हां दे जीवन का हरेक पद्धर किते ना किते जुड़िया होया, एक सेंटर पॉइंट। सो इस करके वो गुरुद्वारियां दे विच अपने मिथे हुए मैनेजर लाने शुरू करते हैं, या जिहड़े गुरुद्वारियां दे विच महंत काबज ने उन्हां महंतां दे पैरोकार बन जाते हैं, उन्होंने पैटरनाइज करते। सो जिहड़े महंत पहलां तो ही करप्ट ने, जदों उन्होंने सत्ता का
ਹੱਥ ਆਪਣੇ ਸਿਰ ਦੇ ਉੱਤੇ ਮਹਿਸੂਸ ਹੁੰਦਾ, ਉਹਨਾਂ ਦੀ ਕਰਪਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਲੋਕਾਂ ਦੀ ਪਰਵਾਹ ਕੀਤੇ ਬਗੈਰ ਵੱਧ ਜਾਂਦੀ ਹੈ। ਸੋ ਜਿੱਦਾਂ ਲਾਰਡ ਐਕਟਨ ਕਹਿੰਦਾ, ਪਾਵਰ ਕਰਪਟਸ, ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ। ਸੋ ਉਸੇ ਤਰ੍ਹਾਂ ਉਹਨਾਂ ਮਹੰਤਾਂ ਦੇ ਵੀ ਦੀਆਂ ਮਨਮਤੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਉਹ ਗੈਰ ਸਿੱਖੀ ਜਾਂ ਗੈਰ ਸਿਧਾਂਤਕ ਗੱਲਾਂ ਕਰਦੀਆਂ, ਉਹ ਸਾਰੀਆਂ ਅੱਗੇ ਨਾਲੋਂ ਬਹੁਤ ਵੱਧ ਜਾਂਦੀਆਂ। ਇਸੇ ਸਮੇਂ ਕੁਛ ਸੁਧਾਰ ਮੂਵਮੈਂਟਾਂ ਸਿੱਖਾਂ 'ਚ ਚੱਲ ਰਹੀਆਂ, ਜਿਹਦੇ ਵਿੱਚ ਨਾਮਧਾਰੀ ਵੀ ਆ, ਜਿਹਦੇ ਵਿੱਚ ਨਿਰੰਕਾਰੀਏ ਵੀ ਚੱਲ ਰਹੇ ਨੇ, ਆਪਣੇ ਲੈਵਲ ਦੇ ਉੱਤੇ ਚੱਲ ਰਹੇ ਨੇ। ਔਰ ਸਭ ਤੋਂ ਜਿਹੜੀ ਪ੍ਰਮੁੱਖ ਸਿੱਖੀ ਸਿਧਾਂਤਾਂ ਦੇ ਨਾਲ ਜੁੜਦੀ ਹੋਈ ਮੂਵਮੈਂਟ ਚੱਲਦੀ ਆ, ਉਹ ਸਿੰਘ ਸਭਾ ਮੂਵਮੈਂਟ ਚੱਲਦੀ। ਸਿੰਘ ਸਭਾ ਦੇ ਵਿੱਚ ਬੜਾ ਵੱਡਾ ਯੋਗਦਾਨ ਗੁਰਮੁਖ ਸਿੰਘ ਹੁਣਾਂ ਦਾ, ਦੀਪ ਸਿੰਘ ਹੁਣਾਂ ਦਾ, ਜਿਹੜੇ ਇਹਦੇ ਬਾਰੇ ਵੀ ਮੈਂ ਆਸ ਕਰਦਾ ਕਿ ਦਿਲਬਾਗ ਸਿੰਘ ਵੀ ਤੁਹਾਨੂੰ ਹੋਰ ਜ਼ਿਆਦਾ ਵਿਸਤਾਰ ਵਿੱਚ ਦੱਸਣਗੇ, ਕਿਉਂਕਿ ਉਹ ਹਿਸਟਰੀ ਦੇ ਹੈਗੇ, ਉਹ ਜ਼ਿਆਦਾ ਵਿਸਤਾਰ 'ਚ ਦੱਸਣ। ਮੈਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਸਕਿਪ ਕਰਦੇ ਹੋਏ ਅੱਗੇ ਚੱਲਦਾ। ਇਸੇ ਸਮੇਂ ਦੇ ਵਿੱਚ ਖਾਲਸਾ ਕਾਲਜ ਬਣਾਇਆ ਜਾਂਦਾ। ਖਾਲਸਾ ਕਾਲਜ ਬਣਾਇਆ ਜਾਂਦਾ ਇਸ ਮੰਤਵ ਦੇ ਨਾਲ ਕਿ ਇਹਨਾਂ ਸਿੱਖੀ ਸਿਧਾਂਤਾਂ ਨੂੰ ਬੱਚਿਆਂ ਤੱਕ ਪਹੁੰਚਾਇਆ ਜਾਵੇ। ਪਰ ਸਰਕਾਰ ਕਿਉਂਕਿ ਇਹਨੂੰ ਵੀ ਇੱਕ ਇੰਸਟੀਟਿਊਸ਼ਨ ਦੇ ਤੌਰ ਦੇ ਉੱਤੇ ਵੇਖਦੀ ਆ, ਔਰ ਇਹਦੇ ਤੇ ਵੀ ਕਾਬਜ਼ ਹੋ ਕੇ ਇਹਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਗੱਲ ਅੱਗੇ ਚਲਾਉਣ ਦੀ ਕੋਸ਼ਿਸ਼ ਕਰਦੀ। ਉਸ ਸਮੇਂ ਖਾਲਸਾ ਕਾਲਜ ਕੀ ਖਾਲਸਾ ਕਾਲਜ ਸਿੱਖਾਂ ਦਾ ਹੈ, ਇਹ ਪਰਚਾ ਸਾਹਮਣੇ ਆਉਂਦਾ। ਇਹ ਸਾਰੀਆਂ ਗੱਲਾਂ ਜਿਹੜੀਆਂ ਹੋਣ ਡੀਆਂ ਜੀ 1905 1906 ਦੇ ਆਸ-ਪਾਸ ਜਿਹੜੀਆਂ ਆ ਚੱਲ ਰਹੀਆਂ। ਜਿਹੜਾ ਸਿੰਘ ਸਭਾ ਮੂਵਮੈਂਟ ਦਾ ਹੀ ਇੱਕ ਵਫਦ ਉਸ ਸਮੇਂ ਇੱਕ ਅੰਗਰੇਜ਼ ਸੱਦਿਆ ਜਾਂਦਾ, ਅਰਨਸਟ ਟਰੰਪ, ਜਿਹਦਾ ਕੰਮ ਹੈਗਾ ਜੀ ਕਿ ਗੁਰੂ ਗ੍ਰੰਥ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੂੰ ਟਰਾਂਸਲੇਟ ਕਰਨਾ। ਉਹਨੂੰ ਮਿਲਣ ਜਾਂਦੇ ਨੇ ਕੁਛ ਆਪਣੀ ਖਾਸ ਮੰਤਵ ਲੈ ਕੇ। ਔਰ ਉਸ ਸਮੇਂ ਅਰਨੈਸਟ ਟਰੰਪ ਬਹੁਤ ਹੀ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦੇ ਰੂਪ ਵਿੱਚ ਬੈਠਾ, ਉਹਨਾਂ ਨੂੰ ਨਾ ਸਿਗਰਟ ਪੀਣ ਲਿਆ, ਮਹਾਰਾਜ ਦੇ ਪ੍ਰਕਾਸ਼ ਦੇ ਸਾਹਮਣੇ ਸਿਗਰਟ ਪੀ ਰਿਹਾ। ਸੋ ਇਹੋ ਜਿਹੀਆਂ ਗੱਲਾਂ ਸਿੱਖਾਂ ਦੇ ਅੰਦਰ ਇੱਕ ਚੀਜ਼ ਪੈਦਾ, ਇੱਕ ਟੀਸ ਪੈਦਾ ਕਰਦੀਆਂ ਕਿ ਕੀ ਅਸੀਂ ਆਪਣੇ ਮੂਲ ਨਾਲੋਂ ਜੁੜੇ ਹਾਂ ਜਾਂ ਉਹਦੇ ਤੋਂ ਟੁੱਟ ਗਏ। ਔਰ ਸਿੱਖਾਂ ਦੇ ਅੰਦਰ ਆਹ ਭਾਵਨਾ ਪੈਦਾ ਹੋਣੀ ਸ਼ੁਰੂ ਹੁੰਦੀ ਹੈ ਕਿ ਸਾਡਾ ਮੂਲ ਸਾਡੇ ਗੁਰੂ ਘਰ ਨੇ, ਜਿੱਥੋਂ ਸਾਡਾ ਸਾਰਾ ਪ੍ਰਬੰਧ ਚੱਲਦਾ ਸੀ, ਜਿਹਦੇ ਨਾਲ ਸਾਡੀ ਜ਼ਿੰਦਗੀ ਜੁੜੀ ਹੋਈ ਸੀ, ਜਿਹਦੇ ਤੋਂ ਹੀ ਹੁਣ ਸੁਧਾਰ ਲਿਆਂਦਾ ਜਾ ਸਕਦਾ। ਇਸ ਕਰਕੇ ਜੇ ਸੱਤਾ ਦੇ ਕੋਲ ਆਹ ਵਿਸ਼ਾ, ਸੱਤਾ ਕੋਲ ਆਹ ਹਥਿਆਰ ਸੀ ਕਿ ਗੁਰਦੁਆਰਿਆਂ ਉੱਤੇ ਕਾਬਜ਼ ਹੋ ਕੇ ਇਹਨਾਂ ਸਿੱਖਾਂ ਨੂੰ ਇਹਨਾਂ ਆਪਣੇ ਅਧੀਨ ਕੀਤਾ ਜਾਏ, ਤੇ ਸਾਡੇ ਕੋਲ ਵੀ ਇਹੋ ਹਥਿਆਰ ਹੈ ਵੀ ਅਸੀਂ ਵੀ ਗੁਰਦੁਆਰਿਆਂ ਤੇ ਕਾਬਜ਼ ਹੋ ਕੇ ਆਪਣੀ ਸੰਗਤ ਦੀ ਸੱਤਾ, ਸੰਗਤ ਦਾ ਕੰਟਰੋਲ ਉਹਨਾਂ ਗੁਰਦੁਆਰਿਆਂ ਤੇ ਐਸਟੈਬਲਿਸ਼ ਕਰਕੇ ਫਿਰ ਸਿੱਖੀ ਸਿਧਾਂਤਾਂ ਦੇ ਵਿੱਚ ਸੁਧਾਰ, ਸਿੱਖਾਂ ਦੇ ਵਿੱਚ ਸੁਧਾਰ, ਸਿੱਖੀ ਧਰਮ ਦੇ ਵਿੱਚ ਸੁਧਾਰ ਜਿਹੜੇ ਲਿਆ ਸਕਦੇ। ਇਸੇ ਸਮੇਂ ਇਹਦੇ ਪੈਰਲਲ ਇੱਕ ਹੋਰ ਥੋੜੀ ਜਿਹੀ ਜਿਹਨੂੰ ਆਪਾਂ ਕਹਿ ਲਈਏ ਵੀ ਸੈਕੂਲਰ ਦੀ ਚੀਜ਼ ਚੱਲ ਰਹੀ ਹੈ, ਔਰ ਅੱਜ ਦੇ ਹਾਲਾਤਾਂ ਦੇ ਨਾਲ ਬਹੁਤ ਜੁੜ ਜਾਂਦੀ ਹੈ। 1907 ਵਿੱਚ ਐਗਰੇਰੀਅਨ ਅਨਰੈਸਟ ਜਿਹੜੀ ਆ ਪੰਜਾਬ ਦੇ ਵਿੱਚ ਚੱਲਦੀ ਹੈ। ਪਗੜੀ ਸੰਭਾਲ ਜੱਟਾ ਜਿਹੜਾ ਵਾ ਨਾਰਾ ਜਿਹੜਾ ਬੜਾ ਬੁਲੰਦ ਆ। ਔਰ ਜਿਹੜੀ ਜੱਟ ਪੀਜੈਂਟਰੀ ਆ ਸਿੱਖ, ਕਿਉਂਕਿ ਸਿੱਖੀ ਤੇ ਕਿਸਾਨੀ ਆਪਸ ਵਿੱਚ ਬਹੁਤ ਜੁੜਵਾਂ ਜਿਹੜਾ ਰੂਪ ਦੇ ਵਿੱਚ ਚੱਲਦੇ ਨੇ। ਸਾਡੇ ਗੁਰੂ ਸਾਹਿਬਾਨ ਨੇ ਵੀ ਜਿਹੜਾ ਕਿਸਾਨੀ ਨੂੰ ਬਹੁਤ ਵੱਡਾ ਦਰਜਾ ਦਿੱਤਾ, ਕਿਰਤ ਕਿਸਾਨੀ ਬਹੁਤ ਵੱਡਾ ਦਰਜਾ। ਸੋ ਉਸ ਸਮੇਂ ਵੀ ਜੱਟ ਪੀਜੈਂਟਰੀ ਜਿਹੜੀ ਆ ਉਹ ਆਪਣਾ ਦਸਵੰਧ ਜਿਹੜਾ ਗੁਰਦੁਆਰਾ ਸਾਹਿਬ ਵਾਸਤੇ ਕਰਦੀ ਹੈ। ਔਰ ਜਦੋਂ ਇਹ ਅਨਰੈਸਟ ਚੱਲਦੀ ਹੈ ਤੇ ਉਦੋਂ ਲੋਕਾਂ ਦੀ ਵੀ ਆਸ ਹੁੰਦੀ ਹੈ ਕਿ ਸਾਡੇ ਜਿਹੜੇ ਗੁਰੂ ਘਰ ਨੇ, ਉਹਨਾਂ ਦਾ ਪ੍ਰਬੰਧ ਚਲਾਉਣ ਵਾਲੇ ਜਿਹੜੇ ਨੇ, ਉਹ ਵੀ ਸਾਡੀ ਇਸ ਅਨਰੈਸਟ ਵਿੱਚ ਸਾਡਾ ਸਾਥ ਦੇਣ, ਸਾਡੀ ਬਾਂਹ ਫੜਨ। ਪਰ ਕਿਉਂਕਿ ਮਹੰਤ ਮੈਨੇਜਰ ਜਿਹੜੇ ਆ ਬ੍ਰਿਟਿਸ਼ਰਸ ਦੇ ਅਧੀਨ ਨੇ, ਉਹਨਾਂ ਵੱਲੋਂ ਲਾਏ ਨੇ, ਉਹਨਾਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੇ ਨੇ, ਇਸ ਕਰਕੇ ਉਹ ਇਸ ਦੇ ਵਿੱਚ ਕੋਈ ਯੋਗਦਾਨ ਨਹੀਂ ਪਾਉਂਦੇ। ਔਰ ਹੋਰ ਜ਼ਿਆਦਾ ਕੌਨਸ਼ੀਅਸਲੀ ਸਿੱਖਾਂ ਨੂੰ ਆ ਰਿਅਲਾਈਜ਼ ਹੁੰਦਾ ਵੀ ਸਾਡੇ ਗੁਰੂ ਧਾਮ ਸੰਗਤ ਦੇ ਸਾਥ ਦੇ ਵਿੱਚ ਅੱਜ ਕੱਲ੍ਹ ਨਹੀਂ ਹਨ, ਇਹ ਅੰਗਰੇਜ਼ਾਂ ਦੇ ਮਹੰਤਾਂ ਦੇ ਅਧੀਨ ਹੋਏ ਪਏ, ਉਹਨਾਂ ਦੀਆਂ ਜਾਇਦਾਦਾਂ ਬਣ ਗਏ।
ਇਸੇ ਸਮੇਂ ਜਿਹੜੀ ਆ ਫਿਰ ਜੰਗ ਲੱਗ ਜਾਂਦੀ ਹੈ ਜੀ ਪਹਿਲੀ ਵਿਸ਼ਵ ਜੰਗ ਲੱਗ ਜਾਂਦੀ ਹੈ ਔਰ ਸਿੱਖਾਂ ਦੀ ਫੌਜ ਦੇ ਵਿੱਚ ਗਿਣਤੀ ਬਹੁਤ ਜ਼ਿਆਦਾ ਔਰ ਯੂਰਪ ਦੇ ਵਿੱਚ ਸਿੱਖ ਫੌਜੀ ਜਾ ਕੇ ਅੰਗਰੇਜ਼ਾਂ ਵੱਲੋਂ ਲੜਦੇ ਨੇ, ਜਿੱਤ ਹਾਸਲ ਕਰਦੇ ਨੇ। ਜਦੋਂ ਜੰਗ ਲੜ ਕੇ ਵਾਪਸ ਆਉਂਦੇ ਨੇ ਉਹਨਾਂ ਨੂੰ ਦੋਹਰੀ ਮਾਰ ਝੱਲਣੀ ਪੈਂਦੀ। ਇੱਕ ਪਾਸੇ ਉਹਨਾਂ ਨੂੰ ਮਾਰ ਝੱਲਣੀ ਪੈਂਦੀ ਆ ਉਹਨਾਂ ਨੈਸ਼ਨਲਿਸਟ ਲੀਡਰਾਂ ਦੀ, ਉਹਨਾਂ ਜਿਹੜੇ ਅੰਗਰੇਜ਼ਾਂ ਦੇ ਵਿਰੁੱਧ ਬੋਲ ਰਹੇ ਲੀਡਰਾਂ ਦੀ ਕਿ ਤੁਸੀਂ ਇਹਨਾਂ ਅੰਗਰੇਜ਼ਾਂ ਦੇ ਨਾਲ ਜੁੜ ਕੇ ਜੰਗ ਲੜੀ। ਦੂਸਰੇ ਪਾਸੇ ਜਿਹੜੇ ਅੰਗਰੇਜ਼ਾਂ ਨੇ ਵਾਅਦੇ ਕੀਤੇ ਸੀ ਉਹ ਵੀ ਜਿਹੜੇ ਪੈਨਸ਼ਨਾਂ ਦੇ ਜਾਂ ਹੋਰ ਜੋ ਵੀ ਵਾਅਦੇ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਭਰਤੀ ਕਰਨ ਵਿੱਚ ਕੀਤੇ ਸੀ ਉਹ ਵੀ ਪੂਰੇ ਨਹੀਂ ਹੋਏ। ਤੀਸਰਾ, ਜਿਹੜਾ ਉੱਥੇ ਜੰਗ ਦੇ ਦੌਰਾਨ ਜਾਂ ਜੰਗ ਤੋਂ ਬਾਅਦ ਅੰਗਰੇਜ਼ੀ ਸਮਾਜ ਵਿੱਚ ਜਾਂ ਯੂਰਪੀਅਨ ਸਮਾਜ ਵਿੱਚ ਉਹ ਇਨਫੀਰੀਅਰ ਜਿਹੜਾ ਉਹਨਾਂ ਨਾਲ ਵਤੀਰਾ ਕੀਤਾ ਗਿਆ ਉਹ ਫੇਸ ਕਰਕੇ ਹੋਏ। ਸੋ ਆਹ ਦੋਹਰੀਆਂ ਤੇਹਰੀਆਂ ਮਾਰਾਂ ਉਹ ਫੌਜ ਦੇ ਲੋਕ ਵੀ ਮਹਿਸੂਸ ਕਰ ਰਹੇ, ਜਿਹੜੀ ਆ ਕੇ ਉਹਨਾਂ ਨੇ ਸ਼ੇਅਰ ਕੀਤੀ, ਉਹਨਾਂ ਨੇ ਆਪਣੇ ਸਾਥੀਆਂ ਨਾਲ ਸ਼ੇਅਰ ਕੀਤੀ। ਸੋ ਇਹਨਾਂ ਹੀ ਹਾਲਾਤਾਂ ਦੇ ਦੌਰਾਨ ਸਿੱਖਾਂ ਅੰਦਰ ਸਾਰੀ ਕੌਨਸ਼ੀਅਸਨੈਸ ਪੈਦਾ ਹੋ ਰਹੀ ਹੈ ਕਿ ਅਸੀਂ ਅੱਜ ਦੇ ਸਮੇਂ ਗੁਲਾਮ ਆ, ਸਾਡੇ ਗੁਰਦੁਆਰੇ ਜਿਹੜੇ ਆ ਉਹ ਕਬਜ਼ੇ ਦੇ ਅਧੀਨ। 1905 ਦੇ ਵਿੱਚ ਜਿਹੜੇ ਮੁੱਖ ਪੰਜਾਬੀ ਅਖਬਾਰ ਨੇ ਜਿੱਦਾਂ ਖਾਲਸਾ ਐਡਵੋਕੇਟ ਆ, ਖਾਲਸਾ ਸਮਾਚਾਰ ਆ ਗੁਰੂ ਧਾਮਾਂ ਦੇ ਵਿੱਚ ਖਾਸ ਕਰ ਦਰਬਾਰ ਸਾਹਿਬ ਦੇ ਵਿੱਚ ਜਿਹੜੀਆਂ ਮਨਮੱਤੀਆਂ ਹੁੰਦੀਆਂ ਨੇ, ਜਿਹੜੀਆਂ ਗੁਰਮਤ ਦੇ ਵਿਰੁੱਧ ਕਾਰਵਾਈਆਂ ਉੱਥੇ ਚੱਲ ਰਹੀਆਂ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਲਿਖਦੇ ਨੇ, ਕ੍ਰਿਟੀਸਾਈਜ਼ ਕਰਦੇ ਨੇ, ਲੋਕਾਂ ਵਿੱਚ ਉਹਦੇ ਬਾਰੇ ਗੱਲ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਆਹ ਆਰਗੂਮੈਂਟ ਰੱਖਦੇ ਨੇ ਕਿ ਸਿੱਖ ਸੰਗਤ ਦਾ ਕੰਟਰੋਲ ਹੋਣਾ ਚਾਹੀਦਾ ਹੈ ਇਹਨਾਂ ਗੁਰੂ ਘਰਾਂ ਦੇ ਉੱਤੇ, ਨਾ ਕਿ ਕਿਸੇ ਸਰਕਾਰ ਦਾ ਜਾਂ ਕਿਸੇ ਇੰਡੀਵਿਜੂਅਲ ਦਾ। ਸੋ ਇੱਥੋਂ ਪ੍ਰੋਸੈਸ ਸ਼ੁਰੂ ਹੁੰਦਾ, ਗੁਰਦੁਆਰਾ ਸੁਧਾਰ ਮੂਵਮੈਂਟ ਵਾਲਾ ਪ੍ਰੋਸੈਸ ਸ਼ੁਰੂ ਹੁੰਦਾ, ਜਿਹਦੇ ਵਿੱਚ ਸੱਚਾ ਨਨਕਾਣਾ ਸਾਹਿਬ ਇੱਕ ਇਵੈਂਟ ਦੇ ਤੌਰ ਦੇ ਉੱਤੇ ਹੁੰਦਾ। ਚੀਫ ਖਾਲਸਾ ਦੀਵਾਨ ਵਾਲੇ ਵੀ 1906 ਦੇ ਵਿੱਚ ਆਪਣਾ ਰੈਜ਼ੋਲੂਸ਼ਨ ਪੇਸ਼ ਕਰਦੇ ਨੇ, ਲਿਟੀਗੇਸ਼ਨ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਨਾ ਤੇ ਲਿਟੀਗੇਸ਼ਨ ਕਿਸੇ ਗੱਲ ਸਿਰੇ ਲੱਗਦੀ ਹੈ, ਨਾ ਹੀ ਜਿਹੜੀ ਅਪੀਲ ਆ ਉਹ ਕਿਸੇ ਸਿਰੇ ਲੱਗਦੀ ਹੈ, ਤੇ ਅਖੀਰ ਗੁਰਦੁਆਰਾ ਸੁਧਾਰ ਮੂਵਮੈਂਟ ਜਿਹੜੀ ਆ ਉਹ ਜਥਿਆਂ ਦੇ ਰੂਪ ਦੇ ਵਿੱਚ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਰੂਪ ਦੇ ਵਿੱਚ ਸ਼ੁਰੂ ਹੋ ਜਾਂਦੀ। ਇਸ ਸਾਰੇ ਮੂਵਮੈਂਟ ਦੇ ਵਿੱਚ ਬੜਾ ਵੱਡਾ ਮੋੜ ਆਉਂਦਾ ਜਦੋਂ ਸਾਕਾ ਨਨਕਾਣਾ ਸਾਹਿਬ ਹੁੰਦਾ। ਸਾਕਾ ਨਨਕਾਣਾ ਸਾਹਿਬ ਗੁਰੂ ਸਾਹਿਬ ਦਾ ਜਨਮ ਸਥਾਨ, ਬਹੁਤ ਵੱਡੀ ਜਗੀਰ ਉਹਦੇ ਨਾਮੇ ਜਿਹੜੀ ਆ ਰਾਏ ਬੁਲਾਰ ਨੇ ਲਾਈ ਹੋਈ ਹੈ। ਉਸ ਤੋਂ ਬਹੁਤ ਪਹਿਲਾਂ ਹਨਾ ਰਾਜੀਤ ਸਿੰਘ ਤੋਂ ਵੀ ਪਹਿਲਾਂ ਉੱਥੇ ਮਹੰਤ ਸਾਧੂ ਰਾਮ ਜਿਹੜਾ ਉਹ ਉਸ ਗੁਰਦੁਆਰੇ ਨੂੰ ਆਪਣੀ ਜਗੀਰ ਸਮਝ ਕੇ ਕੰਮ ਕਰ ਰਿਹਾ, ਸਿੱਖੀ ਸਿਧਾਂਤਾਂ ਦੇ ਵਿਰੁੱਧ ਬਹੁਤ ਮਨਮੱਤੀਆਂ ਕਰਦਾ। ਉਸ ਤੋਂ ਬਾਅਦ ਉਹਦਾ ਚੇਲਾ ਨਰਾਇਣ ਦਾਸ ਜਿਹੜਾ ਉਹ ਕਾਬਜ਼ ਹੋ ਜਾਂਦਾ। ਇੱਕ ਸਮਾਂ ਨਰਾਇਣ ਦਾਸ ਸਿੱਖ ਸੰਗਤ ਦੇ ਨਾਲ ਇਹ ਵਾਅਦਾ ਵੀ ਕਰਦਾ ਕਿ ਜਿਹੜਾ ਸਾਧੂ ਰਾਮ ਦੀਆਂ ਜੋ ਵੀ ਉਹ ਗਲਤੀਆਂ ਕਰਦਾ ਆ ਉਹ ਦੁਹਰਾਈਆਂ ਨਹੀਂ ਜਾਣਗੀਆਂ, ਪਰ ਸਮੇਂ ਨਾਲ ਉਹਨਾਂ ਹੀ ਰਾਹਾਂ ਦੇ ਉੱਤੇ ਉਸ ਤੋਂ ਵੀ ਵੱਧ ਕੇ ਜਿਹੜਾ ਨਰਾਇਣ ਦਾਸ ਚੱਲਣਾ ਸ਼ੁਰੂ ਕਰ। ਸੋ ਜਦੋਂ ਬੜੇ ਪ੍ਰਮੁੱਖ ਲੀਡਰ ਜਿਹੜੇ ਜਿੱਦਾਂ ਕਰਤਾਰ ਸਿੰਘ ਝੱਬਰ ਵਰਗੇ ਲੀਡਰ ਜਿਹੜੇ ਆ ਉਹ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਚੀਜ਼ਾਂ ਦੇ ਬਾਰੇ ਧਿਆਨ ਉਹਨਾਂ ਦਾ ਜਾਂਦਾ ਤੇ ਬੜੇ ਲੰਬੇ ਸਮੇਂ ਤੋਂ ਉਹਦੇ ਬਾਰੇ ਸਾਰੀਆਂ ਗੱਲਾਂ ਉਹਨਾਂ ਤੱਕ ਪਹੁੰਚ ਰਹੀਆਂ ਨੇ। ਜਿਹੜੀ ਕਮੇਟੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬਣ ਰਹੀ ਆ, ਉਸ ਸਮੇਂ ਬਣ ਗਈ ਆ। ਗੁਰਦੁਆਰਾ ਦਰਬਾਰ ਸਾਹਿਬ ਦੇ ਜਿਹੜੀ ਕੰਟਰੋਲ ਆ ਉਹਦੇ ਉੱਤੇ ਗੱਲਬਾਤ ਕੀਤੀ ਜਾ ਰਹੀ ਹੈ, ਉਹਦੇ ਤੇ ਮੋਰਚੇ ਲੱਗ ਰਹੇ ਨੇ, ਉਹਦੇ ਤੇ ਸੰਘਰਸ਼ ਚੱਲ ਰਿਹਾ। ਇਸ ਸਮੇਂ ਇਸ ਸਾਰੇ ਜਿਹੜਾ ਕਹਿ ਲਓ ਵੀ ਇੱਕ ਫਿਊਲ ਇਕੱਠਾ ਹੋਇਆ ਸਿੱਖਾਂ ਅੰਦਰ ਵੀ ਨਨਕਾਣਾ ਸਾਹਿਬ ਤੇ ਮਨਮੱਤੀਆਂ ਚੱਲ ਰਹੀਆਂ। ਉਹਦੇ ਵਿੱਚ ਤੀਲੀ ਦਾ ਕੰਮ ਕਰਦਾ ਇੱਕ ਇੰਸੀਡੈਂਟ, ਜਦੋਂ ਇੱਕ ਸਿੰਧ ਦਾ ਜਿਹੜਾ ਪ੍ਰੇਮੀ ਆ ਉਹ ਨਨਕਾਣਾ ਸਾਹਿਬ ਜਾਂਦਾ ਤੇ ਉਹਦੀ ਬੇਟੀ ਨਾਲ ਮਹੰਤ ਦੇ ਮੁੰਡਿਆਂ ਵੱਲੋਂ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ। ਔਰ ਇਹ ਖਬਰ ਜਦੋਂ ਸਿੱਖ ਸੰਗਤ ਤੱਕ ਪਹੁੰਚਦੀ ਹੈ ਕਿ ਨਨਕਾਣਾ ਸਾਹਿਬ ਦੇ ਵਿੱਚ ਹੁਣ ਸੰਗਤ ਦਾ ਜਾਣਾ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਔਖਾ ਹੋ ਗਿਆ, ਉਹਦੇ ਨਾਲ
संगत का रोस जिहड़ा भड़क जाता। सो करतार सिंह झब्बर ਇਹਦੇ ਵਿੱਚ बहुत लीडिंग रोल प्ले करता। वो सिख संगत ਨੂੰ संबोधन करते हुए दसदा कि सानू ननकाना साहब नूं इस महंत तो आज़ाद कराउण दी लोड़ है। श्रोमणी कमेटी का ध्यान ननकाना साहब वाल पूरे तौर पर फोकसड हो जाता। दीवान लाए जाते हैं, धारोवाली च दीवान लाया जाता। कोशिश की जाती है कि जिहड़ा नारायण दास है उन्होंने संगत के रोस के हेठ दब के आख्या दबा के आख्या जाए कि वो अपनी हरकतां छड्ड देवे, कमेटी के अधीन संगत के अधीन गुरुद्वारा साहब नूं कर देवे। पर इस समय नारायण दास जिहड़ा वो पूरी तरह नाल अंग्रेज हुकूमत दी पैरोकारी दे विच चल रहा। वो जाके जिहड़ा लाहौर डिवीजन का कमिश्नर है मिस्टर किंग उन्होंने मिलता, उन्होंने सारी हालातों बारे दसदा, उन्होंने अपने डर दसदा कि अब मैनूं डर है कि अकाली आके साडे ननकाना साहब गुरुद्वारे ते कब्जा करनगे। ते मिस्टर किंग उन्होंने खुली छुट्टी दे दिंदा कि तुसीं अपनी सैल्फ डिफेंस वास्ते कुछ भी जिहड़ा वा तैयारी कर लो। भी ਉਹਦਾ आर्गूमेंट किंग का की है जिहड़ा बाद विच लैजिस्लेटिव असैंबली दे विच बयान दे विच दिंदा, लैटरस मिल जांदियां ना, जो भी उस समय का वेरवा जो उन्हें जवाब दिते जां जो जदों नारायण दास फड़िया जाता अखीर दे उत्ते ते उहदे केस चलदा उत्थे वो कहिंदा है कि मैनूं ऑफिसर्स जिहड़े भी अंग्रेज अफसर ने उन्होंने आख्या सी कि तुसीं अपना प्रबंध खुद करो, असीं धार्मिक मामले च दखल नहीं देना। पर ਜਿਹੜੀਆਂ ਇਹਨਾਂ ਦੀਆਂ ਲੈਟਰਸ ਮਿਲਦੀਆਂ ਨੇ, ਜਿਹੜੇ ਇਹਨਾਂ ਦੇ ਸਬੂਤ ਮਿਲਦੇ ਨੇ, ਜਿਹੜੀਆਂ ਇਹਨਾਂ ਦੀਆਂ ਸਟੇਟਮੈਂਟਸ ਨੇ ਇਹਨਾਂ ਅਫਸਰਾਂ ਦੀਆਂ, ਅੰਗਰੇਜ਼ ਅਫਸਰਾਂ ਦੀਆਂ, ਭਾਰਤ ਦੀ ਸਰਕਾਰ ਦੀਆਂ, ਪੰਜਾਬ ਦੀ ਸਰਕਾਰ ਦੀਆਂ ਉਸ ਸਮੇਂ ਦੀਆਂ, ਉਹਦੇ ਤੋਂ ਨਿਕਲ ਕੇ ਗੱਲ ਸਾਹਮਣੇ ਆ ਆਉਂਦੀ ਆ ਵੀ ਅੰਗਰੇਜ਼ ਦੋਹਰੀ ਚਾਲ ਦੇ ਉੱਤੇ ਆ। ਦੋਹਰੀ ਚਾਲ ਤੇ ਇਸ ਤਰ੍ਹਾਂ ਹੈ ਵੀ ਇੱਕ ਪਾਸੇ ਉਹ ਸਿੱਖਾਂ ਦੀ ਫੌਜ ਦੇ ਵਿੱਚ ਗਿਣਤੀ ਨੂੰ ਵੇਖਦੇ ਹੋਏ, ਸਿੱਖਾਂ ਦੇ ਸੁਭਾਅ ਨੂੰ ਵੇਖਦੇ ਹੋਏ, ਪੰਜਾਬ ਦੇ ਵਿੱਚ ਉਹਨਾਂ ਦੀ कह लो भी उन्होंने पुख्ता स्थिति को वेखते हुए सिखां नूं नाराज़ नहीं करना चाहते इस धार्मिक मामले में महंतां का साथ दे के खुले तौर पर। पर अंदरूनी तौर पर वह भी चाहते हैं भी साडे थापे हुए महंत, साडे थापे हुए मैनेजर गुरुद्वारियां का कंट्रोल साम के रखण। इस करके अंदरूनी तौर पर उन्होंने महंतां नूं हरेक खुल दिंदे ने ते खुले तौर पर लोगों सामने आ चीज़ पेश करते हैं कि यह धार्मिक मसला इहदे ते ही दखल नहीं देना। पर अंग्रेज बहुत चलाक सी। साडे सिख उस समय भी अज भी बहुत जाने इस चीज़ को भुल गए कि सिक्खी सिद्धांत दे विच धर्म ते राजनीति नूं वख नहीं किया जा सकता। अंग्रेज नहीं भुले, अंग्रेज उस समय नहीं सी भुलिया। अंग्रेज जानदा सी कि ये जिहड़ियां धार्मिक मूवमेंटां दे तौर दे उत्ते जिहड़ा काम चल रहा है किसी ना किसी समय आ राजनीतिक भी होऊगा। जदों राजनीतिक होऊगा तो आ साडे विरुद्ध होऊगा। सरकारां इन्हां चीज़ां नूं बहुत बरीकी नाल वेखदियां ने, इन्हां चीज़ां नूं बहुत समझ नाल वेखदियां ने और उहदे अनुसार अपना जिहड़ा अपना प्लान जिहड़ा उहदे अनुसार चलदी। सो अंग्रेज उस सिस्टम के अनुसार चल रहा, इस करके वो एक पासे न्यूट्रल होने का जिहड़ा ढोंग कर रहा तो दूजे पासे नारायण दास को खुली छुट्टी दे रहा। और नारायण दास ने बहुत वड्डे पद्धर उत्ते गुंडे रिक्रूट किए ते मिस्टर किंग ने लाहौर दे विच एक हथियारां दी दुकान है, फैक्ट्री है, उसनों भी कहा कि तुसीं नारायण दास नूं खुले तौर उत्ते आर्म्स एंड एम्यूनेशन जिहड़े आ असला बरूद जिहड़ा वो दे दो, उत्ते रोक नहीं लाउणी। सो इस समय फिर जिहड़ी इस चीज़ की समझ जिहड़ी आ वो जिहड़े मॉडरेट सिख लीडर ने उन्होंने भी आ, जिहड़े SGPC के लीडर ने उन्होंने भी इस चीज़ की समझ जी हैगी है कि सिख जिहड़ा महंत है उसकी सपोर्ट है सरकार आ। इस करके वो दीवान का जिहड़ा रुख करते हैं कि असी दीवान ला के जिहड़े आ प्रैशर करांगे, प्रैशराइज करांगे महंत नूं कि वो खुद ही गुरुद्वारा साहब का कंट्रोल सिख संगत नूं दे देण। इस समय कुछ एक्सट्रीमिस्ट लीडर जिहड़े थोड़े गर्म दल के लीडर ने, जिन्हां विच झब्बर भी है, जिन्हां विच लक्ष्मण सिंह होर लीडर ने, वो इस विषय उत्ते ने कि सानूं गुरुद्वारा साहब जथे भेजने चाहिए ने, गुरुद्वारा साहब नूं अपने कंट्रोल विच करां।
सो प्रोग्राम उलीकिया जाता, एक पासे श्रोमणी कमेटी रखती है कि 4 तो 6 मार्च 1921 4 तो 6 मार्च 1921 ਜਿਹੜਾ ਨਨਕਾਣਾ ਸਾਹਿਬ ਵਿਖੇ ਇੱਕ ਦੀਵਾਨ ਲਾਇਆ ਜਾਏਗਾ, ਸਾਰੀ ਸਿੱਖ ਸੰਗਤ ਨੂੰ ਉੱਥੇ ਹਾਜ਼ਰੀ ਭਰਨੀ। ਦੂਜੇ ਪਾਸੇ ਮਹੰਤ ਤਿਆਰੀ ਕਰਦਾ ਹੈ ਕਿ ਉਸ ਸਮੇਂ ਜਿੰਨੇ ਪ੍ਰਮੁੱਖ ਅਕਾਲੀ ਲੀਡਰ ਨੇ ਉਹਨਾਂ ਨੂੰ ਉਸੇ ਦੀਵਾਨ ਦੇ ਵਿੱਚ ਹੀ ਮਰਵਾ ਦਿੱਤਾ ਜਾਵੇ। ਤੀਸਰੇ ਪਾਸੇ ਜਿਹੜੇ ਗਰਮ ਖਿਆਲੀ ਲੀਡਰ ਨੇ ਉਹ ਫੈਸਲਾ ਕਰਦੇ ਨੇ ਕਿ ਸਾਨੂੰ ਦੀਵਾਨ ਤੱਕ ਪਹੁੰਚਣ ਤੇ ਮਹੰਤ ਦੀਆਂ ਚਾਲਾਂ ਨੂੰ ਕਾਮਯਾਬ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਜਿਹੜਾ ਕਰ ਲੈਣਾ ਚਾਹੀਦਾ। ਇਸ ਕਰਕੇ ਪਲਾਨ ਕੀਤਾ ਜਾਂਦਾ ਹੈ ਕਿ ਇਸ ਗੁਰਦੁਆਰਾ ਸਾਹਿਬ ਨੂੰ ਜੱਥੇ ਭੇਜੇ ਜਾਣ, ਔਰ ਉਹਨਾਂ ਜੱਥਿਆਂ ਨੂੰ ਭੇਜਣ ਦੀ ਤਰੀਕ ਜਿਹੜੀ ਆ ਮਿਤੀ 20 ਤਰੀਕ ਜਿਹੜੀ 20 ਫਰਵਰੀ 1921 ਨੂੰ ਮਿਥੀ ਜਾਂਦੀ। ਵੱਖਰੇ ਵੱਖਰੇ ਪਿੰਡਾਂ 'ਚ ਜੱਥੇ ਤਿਆਰ ਹੋ ਜਾਂਦੇ ਨੇ। ਸ਼੍ਰੋਮਣੀ ਕਮੇਟੀ ਦੇ ਮੋਡਰੇਟ ਲੀਡਰਾਂ ਨੂੰ ਵੀ ਇਸ ਬਾਰੇ ਪਤਾ ਲੱਗ ਜਾਂਦਾ, ਉਹ ਵੱਖਰੇ ਵੱਖਰੇ ਜਥੇਦਾਰਾਂ ਨੂੰ ਇੱਕ ਮਤਾ ਪਾਸ ਕਰਕੇ ਭੇਜਦੇ ਨੇ ਕਿ ਤੁਸੀਂ ਉੱਥੇ ਜੱਥੇ ਨਹੀਂ ਭੇਜਣੇ, ਆਪਾਂ ਦੀਵਾਨ ਤੱਕ ਦਾ ਸਮਾਂ ਵੇਖਣਾ। ਇਸ ਸਮੇਂ ਇੱਕ ਸਭ ਤੋਂ ਵੱਡਾ ਜੱਥਾ ਜਿਹੜਾ ਉਹ ਕਰਤਾਰ ਸਿੰਘ ਝੱਬਰ ਲੈ ਕੇ ਜਾਣਾ ਚਾਹੁੰਦਾ, ਔਰ ਕਰਤਾਰ ਸਿੰਘ ਝੱਬਰ ਦੇ ਕੋਲ ਜਿਹੜੇ ਜਦੋਂ ਤੇ ਸ਼੍ਰੋਮਣੀ ਕਮੇਟੀ ਦਾ ਮਤਾ ਪਹੁੰਚਦਾ ਤੇ ਬੜੇ ਅਣਮਨੇ ਮਨ ਨਾਲ ਕਰਤਾਰ ਸਿੰਘ ਝੱਬਰ ਰੁਕ ਜਾਂਦਾ, ਪਰ ਉਹ ਸੂਚਨਾ ਲਛਮਣ ਸਿੰਘ ਧਾਰੋਵਾਲ ਤੱਕ ਪਹੁੰਚਣ ਤੋਂ ਪਹਿਲਾਂ ਉਹਨਾਂ ਦਾ ਜੱਥਾ ਨਿਕਲ ਜਾਂਦਾ, ਔਰ ਜਥੇ ਨੂੰ ਆਹ ਸੂਚਨਾ ਬਿਲਕੁਲ ਨਨਕਾਣਾ ਸਾਹਿਬ ਦੇ ਲਾਗੇ ਜਾ ਕੇ ਜਿਹੜਾ ਇੱਕ ਸੁਨੇਹੀਏ ਰਾਹੀਂ ਆਹ ਸੂਚਨਾ ਮਿਲਦੀ। ਲਛਮਣ ਸਿੰਘ ਹੁਣੀ ਰੁਕ ਜਾਂਦੇ ਨੇ, ਪਰ ਉਹਨਾਂ ਦੇ ਜਥਾ ਫੈਸਲਾ ਕਰਦਾ ਕਿ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ, ਉੱਥੇ ਜਾਣ ਵਾਸਤੇ, ਮੱਥਾ ਟੇਕਣ ਵਾਸਤੇ ਅਰਦਾਸਾਂ ਸੋਧ ਕੇ ਤੁਰੇ ਹਾਂ, ਤੇ ਹੁਣ ਭਾਵੇਂ ਸਰਕਾਰ ਸਾਨੂੰ ਰੋਕੇ, ਭਾਵੇਂ ਮਹੰਤ ਗੋਲੀਆਂ ਚਲਾਵੇ, ਅਸੀਂ ਮੱਥਾ ਟੇਕ ਕੇ ਮੁੜਾਂਗੇ। ਸੋ ਆਹ ਸਿੱਖੀ ਸਪਿਰਿਟ ਜਿਹੜੀ ਉਹਨਾਂ ਦੇ ਅੰਦਰ ਚੱਲਦੀ ਹੈ ਕਿ ਅਰਦਾਸ ਹੋਣ ਤੋਂ ਬਾਅਦ ਰੁਕਣਾ ਨਹੀਂ। ਸੋ ਉਹ ਦੁਬਾਰਾ ਚੱਲ ਪੈਂਦੇ ਨੇ ਤੇ ਮਹੰਤ ਦੇ ਜਿਹੜਾ ਚਾਲ ਆ ਜਾਂ ਉਹਨੇ ਜਿਹੜਾ ਜਾਲ ਵਿਛਾ ਕੇ ਰੱਖਿਆ ਉਹਦੇ ਵਿੱਚ ਫਸ ਜਾਂਦੇ। ਸੋ ਇਹਦਾ ਇੰਸੀਡੈਂਟ ਜਿਹੜਾ ਵਾ ਉਹ ਆਪਾਂ ਨੂੰ ਆਸਾਨੀ ਨਾਲ ਮਿਲ ਜਾਂਦਾ। ਮੈਂ ਥੋੜਾ ਸਮੇਂ ਦੇ ਹਿਸਾਬ ਨਾਲ ਇਹਨੂੰ ਸੰਪੂਰਦੇ ਹੋਏ ਤੁਹਾਨੂੰ ਜਾਣਾ। ਸੋ ਜਦੋਂ ਇਹ ਜੱਥਾ ਪਹੁੰਚ ਜਾਂਦਾ ਤੇ ਉੱਥੇ ਮਹੰਤ ਦੇ ਜਿਹੜੇ ਗੁੰਡੇ ਆ ਉਹਨਾਂ ਦੁਆਰਾ ਇਹਨਾਂ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ। ਗੁਰਦੁਆਰਾ ਦੇ ਅੰਦਰ, ਗੁਰਦੁਆਰਾ ਸਾਹਿਬ ਦੇ ਪ੍ਰੈਮਿਸਿਸ ਦੇ ਅੰਦਰ ਦਰਵਾਜ਼ੇ ਬੰਦ ਕਰਕੇ ਸ਼ਾਂਤਮਈ ਬੈਠੇ ਇਹਨਾਂ ਸਿੱਖਾਂ ਦੇ ਉੱਤੇ। ਸੋ ਇਹਦੀ ਗਿਣਤੀ ਜਿਹੜੀ ਵੇਰੀ ਕਰਦੀ ਹੈ, ਵੱਖਰੇ ਵੱਖਰੇ ਕੁਛ ਜਾਣਿਆਂ ਦੇ ਅਨੁਸਾਰ 100 ਸਵਾ 100 ਦੇ ਆਸ-ਪਾਸ, ਕੁਛ ਜਾਣਿਆਂ ਅਨੁਸਾਰ 200 ਦੇ ਆਸ-ਪਾਸ ਜਿਹੜੇ ਆ ਇਹਦੇ ਵਿੱਚ ਸਿੰਘ ਜਿਹੜੇ ਸ਼ਹੀਦ ਹੁੰਦੇ। ਫਿਰ ਉਹਨਾਂ ਦੇ ਸਰੀਰਾਂ ਨੂੰ ਕੱਟਿਆ ਜਾਂਦਾ, ਲਾਸ਼ਾਂ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲਛਮਣ ਸਿੰਘ ਧਾਰੋਵਾਲ ਜਿਹੜਾ ਉਹਨਾਂ ਨੂੰ ਜਿਉਂਦੇ, ਜਿਹੜੇ ਜ਼ਖਮੀ ਹਾਲਾਤ ਵਿੱਚ ਨੇ, ਉਹਨਾਂ ਨੂੰ ਘਸੀਟ ਕੇ ਬਾਹਰ ਜੰਡ ਦਾ ਰੁੱਖ ਹੈ, ਜੰਡ ਦੇ ਰੁੱਖ ਨਾਲ ਬੰਨ੍ਹ ਕੇ ਤੇਲ ਪਾ ਕੇ ਸਾੜ ਦਿੱਤਾ ਜਾਂਦਾ। ਬਾਕੀ ਸ਼ਹੀਦਾਂ ਨੂੰ ਜਾਂ ਜ਼ਖਮੀਆਂ ਨੂੰ ਬਾਹਰ ਜਿਹੜੇ ਭੱਠੇ ਦੇ ਆਵੇ ਆ ਉਹਨਾਂ ਦੇ ਵਿੱਚ ਸੁੱਟ ਕੇ ਤੇਲ ਪਾ ਕੇ ਅੱਗ ਲਾ ਦਿੱਤੀ ਜਾਂਦੀ ਹੈ। ਔਰ ਬਹੁਤ ਖੂਨ ਖਰਾਬੇ ਦੇ ਬਾਅਦ ਨਰੈਣ ਦਾਸ ਆਪਣੇ ਆਪ ਨੂੰ ਇੱਕ ਵਾਰ ਜਿੱਤਿਆ ਮਹਿਸੂਸ ਜਿਹੜਾ ਕਰਦਾ। ਆਹ ਖਬਰ ਜਿਹੜੀ ਆ ਨੈਸ਼ਨਲਿਸਟ ਲੀਡਰਾਂ ਤੱਕ ਵੀ ਪਹੁੰਚਦੀ ਹੈ, ਸਰਕਾਰ ਤੱਕ ਵੀ ਪਹੁੰਚਾਈ ਜਾਂਦੀ ਹੈ, ਜਿਹੜੇ ਗਰਮ ਦਲੀਏ ਲੀਡਰ ਨੇ ਉਹਨਾਂ ਤੱਕ ਵੀ ਪਹੁੰਚਦੀ ਹੈ। ਜਿਹੜਾ DC ਮਿਸਟਰ ਕਰੀ ਉਹ 12:30 ਵਜੇ ਜਿਹੜਾ ਉਹ ਪਹੁੰਚਦਾ, ਦੁਪਹਿਰ ਦੇ 12:30 ਵਜੇ। ਜੱਥਾ 6 ਵਜੇ ਦਾ ਪਹੁੰਚਿਆ ਸਵੇਰ ਦਾ। ਉਸ ਸਮੇਂ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਕਤਲੋਗਾਰਤ ਚੱਲਦੀ ਰਹੀ, ਲਾਸ਼ਾਂ ਡਿਸਪੋਜ਼ ਆਫ ਕੀਤੀਆਂ ਜਾ ਰਹੀਆਂ, ਛੋਟੇ ਛੋਟੇ ਕੱਟ ਕੇ ਉਹਨਾਂ ਨੂੰ ਸਾੜ ਦਿੱਤਾ ਜਾ ਰਿਹਾ। ਔਰ ਮਿਸਟਰ ਕਰੀ ਉਸ ਸਮੇਂ ਵੀ ਲਾਸ਼ਾਂ ਨੂੰ ਸਾੜਨ ਤੋਂ ਰੋਕ ਨਹੀਂ ਪਾਉਂਦਾ। ਮਹੰਤ ਕੋਲ ਇੰਨੀ ਗੁੰਡਾ ਸ਼ਕਤੀ ਆ ਉਸ ਵਕਤ ਵੀ ਮਿਸਟਰ ਕਰੀ ਕੋਲ ਪੁਲਿਸ ਉਨੀ ਨਹੀਂ ਹੈਗੀ ਕਿ ਉਹ ਲਾਸ਼ਾਂ ਨੂੰ ਸਾੜਨ ਤੋਂ ਰੋਕ ਸਕੇ। ਬੜੇ ਜ਼ੋਰ ਨਾਲ ਕੁਛ ਲਾਸ਼ਾਂ ਨੂੰ ਸਾੜਨ ਤੋਂ ਬਚਾਉਣ ਦਾ ਪਹਿਰਾ ਉੱਥੇ ਲਾ ਕੇ ਸਰਕਾਰ ਬਾਕੀ ਦੀ ਉਹ ਖਬਰ ਪਹੁੰਚਾਉਂਦਾ। ਸੋ ਆਹ ਖਬਰ ਪਤਾ ਲੱਗਣ ਤੇ ਜਿਹੜਾ ਕਰਤਾਰ ਸਿੰਘ ਝੱਬਰ ਦਾ ਜੱਥਾ ਜਿਹੜਾ ਦੁਬਾਰਾ ਚੱਲਦਾ, ਜਿਹੜਾ ਕਿ ਪਹਿਲਾਂ ਰੁਕਿਆ ਸੀ, ਕਿਉਂਕਿ ਕਰਤਾਰ ਸਿੰਘ ਝੱਬਰ ਥੋੜੇ ਜ਼ਿਆਦਾ ਗਰਮ ਖਿਆਲੀ
लीडर मने जाते सी। सो वो चलते ने और उन्होंने रस्ते विच जाके सरदार बहादुर महताब सिंह जिहड़े कि उस समय सरकारी वकील ने वो मिलते ने और वो करतार सिंह झब्बर नूं रोकण की कोशिश करते हैं। मैं इस बारे एक किताब के विचों एक पढ़ के तुहानूं दस्सां। सो सरदार महताब सिंह कहते हैं जे झब्बर जी जत्थे नूं रोक दिओ, अगे ना जाओ, अगे गोरा फौज है, क्योंकि उस समय तक फौज 150 ते 150 फौजी जिहड़े गुरुद्वारा साहब नूं घेर लैंदे ने, महंत नूं फड़ लिया जाता, उहदे गुंडियां नूं फड़ लिया जाता, अरैसट कर लिया जाता, तो इस वक्त उहदे ते कब्जा जिहड़ा फौज का हो जाता, अंग्रेज फौज का हो जाता और अंग्रेज फौज उन्होंने अपने कंट्रोल में करके ताला मार दिंदी। ताला मारन का मकसद आ सी कि अंदर जिहड़ी कतलो-गारत होई आ उहदे तक किसी सिख नूं पहुंचण ना दिता जाए, ते क्योंकि दृश्य वेख के उन्होंने अंदर का जज्बा होर ज़्यादा उठू। इस करके वो कहता जी कि अगे गौरा फौज है, तुहाडे वास्ते लाइन तो पार मशीन गन्ना है, 200 सिंह अगे शहीद हो गए, होर ना करो। करतार सिंह झब्बर इस समय गल करते हैं कि साडा 200 भरा उस जगह पर शहीद होया, असी अरदासा सोध के तुरे हाँ कि असी गुरुद्वारा साहिब दे विच जाके मत्था टेकना, गुरुद्वारा साहिब ते संगत का कंट्रोल एस्टैबलिश करना, ये वास्ते भावें गोरा फौज गोली चलावे या ना चलावे, असी उत्थे जाना। और 2200 सिंघां दे जत्थे दे नाल करतार सिंह झब्बर जिहड़े ननकाना साहिब नूं जांदे ने। अखीर झब्बर हुणां दे आर्गूमेंट अगे उन्हां दी फौज उन्हां दे नाल जिहड़ा जत्था सिੱਖੀ स्पिरिट अगे जिहड़ी अंग्रेज अफसर जिहड़े मिस्टर किंग जिहड़ा कि उदों पहुँच जाता, वो झुकते हैं, गुरुद्वारा साहिब दीयां चाबियां जथेदार नूं दित्तियां जांदियां ने, संस्कार रहिंदे शरीरां दा संस्कार जिहड़ा उन्हां द्वारा कीता जांदा जथेदार द्वारा। सो ननकाना साहिब दा साका वो इंसीडेंट है जिथों गुरुद्वारा सुधार मूवमेंट, जिथों अंग्रेज़ां दा ते सिखां दा आपसी रिलेशन, जिथों नैशनलिस्ट लीडर जिहड़े अंग्रेज विरोधी मूवमेंटा चलाउंदे उन्हां दा ते सिखां दा रिलेशन एक बड़ा वड्डा मोड़ लैंदा, बड़ा वड्डा मोड़ लैंदा। आ पहला इंसीडेंट है जिथे खुले रूप विच सिखां नूं वायलेंस फेस करना पैंदा, सिखां दे उत्ते हिंसा हुंदी है। इस तो पहलां दे मोर्चों में इन्नी खुले तौर पर हिंसा नहीं हुई। यह पहला मोर्चा जिथे सिखां नूं इस चीज़ आ चीज़ बिल्कुल क्लीयर हुंदी आ भी अंग्रेज सिखां दे वल नहीं आ, अंग्रेज सरकार जिहड़ी आ वो महंतां दे पक्ष विच भुगत रही है। और इहदा अगला रूप जदों दिखदा वो दिखदा जैतो दे मोर्चे विच या आउण वाले मोर्चों दे विच। आ वो इंसीडेंट है जिथों सिखां दी लीडरशिप दे अंदर 3 धड़े बन जाते हैं। एक मॉडरेट ने जिहड़े अपील दे नाल गल कर रहे हैं, एक एक्सट्रीमिस्ट ने जिहड़े अकाली इन्हां गुरुद्वारा साहिब नूं जत्थियां दे नाल अपने कब्जे अंदर लियाउण दे ने, ते तीसरे बब्बर अकाली जिहड़े कि बिल्कुल हथियारबंद विद्रोह जिहड़ा वा वो अंग्रेज विरुद्ध ते अंग्रेज़ां दे साथियां विरुद्ध, ईवन उन्हां साथियां विरुद्ध जिहड़े सिख ने पर मॉडरेट ने जिहड़े अंग्रेज़ां दी गल करते हैं, उन्हां दे विरुद्ध बब्बर अकाली लहर के रूप में चला रहे हैं। ਇਹੋ ਹੀ ਉਹ ਮੋੜ है जिथे आके नैशनलिस्ट लीडर गांधी वर्गे ਜਿਹੜੇ ਆ ਉਹ ਸਿੱਖਾਂ ਨੂੰ ਆਪਣੀ ਇੱਕ ਫੋਰਸ ਦਾ ਹਿੱਸਾ ਸਮਝਦੇ ਹੋਏ, ਇਹਨਾਂ ਦੀ ਕਦਰ ਕਰਦੇ ਹੋਏ ਇਹਨਾਂ ਨੂੰ ਆਪਣੇ ਨਾਲ ਜੋੜਨ ਦੀ ਨੈਸ਼ਨਲਿਸਟ ਮੂਵਮੈਂਟ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਨੇ, ਹੈ ਨਾ। ਖਾਸ ਕਰਕੇ ਜਿਹੜਾ ਨੌਨ ਵਾਇਲੈਂਸ ਦਾ ਬਾਰ-ਬਾਰ ਆਪਾਂ ਕਿਹਾ ਜਾਂਦਾ ਕਿ ਨਨਕਾਣਾ ਸਾਹਿਬ ਦੇ ਦੌਰਾਨ ਜਿਹੜੇ ਲక్ష్మణ ਸਿੰਘ ਧਾਰੋਵਾਲੀ ਦੇ ਜੱਥੇ ਨੇ ਜਿਹੜਾ ਨੌਨ ਵਾਇਲੈਂਸ ਤੇ ਉਹਦੇ ਤੋਂ ਜਿੰਨਾ ਗਾਂਧੀ ਇੰਪ੍ਰੈਸ ਹੋਇਆ ਤੇ ਉਹੋ ਜਿਹੀਆਂ ਚੀਜ਼ਾਂ ਤੋਂ ਅਸਲ ਵਿੱਚ ਉਹ सिख ਜਿਹੜੀ कौम आ उन्होंने नैशनलिस्ट लैवल के उत्ते अपने नाल जोड़ के प्रेजेंट करना चाहता। सो इन्ना ही कॉन्सिक्वेंसिस ਉਹਦੇ प्रभाव ननकाना साहिब के साके के लंबे समय के प्रभाव जिहदे विच लीडरशिप वंडी जाती है, वक्रे वक्रे धड़ियां दे विच गरम दलीए नरम दलियां दे विच वंडी जाती है, जिथे सिखां दा नैशनल लैवल उत्ते किरदार जिहड़ा वो नैशनल मूवमेंट दे विच उन्हां दा हिस्सेदारी जिहड़ी है शुरू हुंदी है, जिथे डायरैक्टली अंग्रेज़ों के विरुद्ध सिख कौम जिहड़ी आ जां पंजाबी कौम भी जिहड़ी आ वो खड़ोत विच खड़ी हुंदी है, क्योंकि उस समय पंजाब के बहुत हिंदू लीडर भी जिहड़े आ वो जिहड़ी ननकाना साहिब के साके दे रोस वजों सिखां दे खालसे दे नाल आके खलोंदे। सो इन्ना ही सारियां चीज़ां दे चलदियां
ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਉਹ ਸਿੱਖ ਇਤਿਹਾਸ ਦਾ ਇੱਕ ਨਾ ਭੁੱਲਣਯੋਗ ਹਿੱਸਾ ਜਿਹੜਾ ਬਣ ਜਾਂਦਾ। ਸੋ ਇਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹ ਤੋਂ ਬਹੁਤ ਚੀਜ਼ਾਂ ਸਿੱਖਣ ਦੀ ਲੋੜ ਹੈ। ਇਹ ਤੋਂ ਆਹ ਚੀਜ਼ਾਂ ਸਿੱਖਣ ਦੀ ਲੋੜ ਆ ਕਿ ਤੁਹਾਡੇ ਗੁਰੂ ਧਾਮ ਜਾਂ ਤੁਹਾਡੇ ਜਿਹੜੇ ਸੰਸਥਾਵਾਂ ਨੇ ਉਹ ਸੰਗਤ ਦੇ ਅਧੀਨ ਹੋਣੀਆਂ ਚਾਹੀਦੀਆਂ ਨੇ, ਸਿੱਖੀ ਸਿਧਾਂਤਾਂ ਅਨੁਸਾਰ ਹੋਣੀਆਂ ਚਾਹੀਦੀਆਂ। ਸਿੱਖ ਧਰਮ ਨੋਨ ਵਾਇਲੈਂਸ ਦੇ ਵਿੱਚ ਚੱਲਦੇ ਹੋਏ ਬਹੁਤ ਭਲਾ ਜਿਹੜਾ ਕਰ ਸਕਦਾ, ਔਰ ਇਹਦੇ ਵਾਸਤੇ ਸੰਗਤ ਰੂਪ ਜਿਹੜਾ ਵਾ ਉਹ ਹੀ ਸਭ ਤੋਂ ਪ੍ਰਮੁੱਖ ਸੋਮਾ ਜਿਹੜਾ ਇਹ ਇੱਥੇ ਕੰਟਰੋਲ ਦਾ ਜਿਹੜਾ ਹੋ ਸਕਦਾ। ਸੋ ਸਮੇਂ ਦੇ ਮੈਨੂੰ ਲੱਗਦਾ ਮੈਂ ਥੋੜ੍ਹਾ ਜਿਹਾ ਸਮਾਂ ਵੱਧ ਲੈ ਗਿਆ, ਉਹਦੇ ਵਾਸਤੇ ਆਪ ਜੀ ਤੋਂ ਮਾਫੀ ਚਾਹੁੰਦਾ। ਅਤੇ ਇਸ ਤੋਂ ਬਾਅਦ ਹੁਣ ਮੇਰੇ ਤੋਂ ਬਾਅਦ ਡਾਕਟਰ ਦਿਲਬਾਗ ਸਿੰਘ ਹੁਣੀ ਜਿਹੜੇ ਉਹ ਜਿਹੜੀਆਂ ਕਮੀਆਂ ਮੇਰੇ ਲੈਕਚਰ ਵਿੱਚ ਰਹਿ ਗਈਆਂ ਉਹਨਾਂ ਚੀਜ਼ਾਂ ਨੂੰ ਸੰਪੂਰਨ ਕਰਦੇ ਹੋਏ ਕੋਸ਼ਿਸ਼ ਕਰਾਂਗੇ ਕਿ ਸਾਨੂੰ ਇੱਕ ਸੰਪੂਰਨ ਪਿਕਚਰ ਜਿਹੜੀ ਉਹਦੀ ਪੇਸ਼ ਕੀਤੀ ਜਾ ਸਕੇ। ਸੋ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲਬਾਗ ਸਿੰਘ ਜੀ, ਜੇ ਤੁਸੀਂ ਅਨਮਿਊਟ ਕਰ ਲਓਗੇ ਤੇ ਗੱਲ ਕਰ ਸਕਦੇ। I'm really sorry, but there is some technical issue. We're looking into this right now. ਦਿਲਬਾਗ ਸਿੰਘ ਜੀ ਕਿਸੇ ਰੀਜ਼ਨ ਪਿੱਛੇ ਡਿਸਕਨੈਕਟ ਹੋ ਗਏ ਸਨ, ਹੁਣ ਵਾਪਸ ਆ ਰਹੇ ਨੇ। ਸੋ ਨਾਲ 2 ਮਿੰਟ ਵਿੱਚ ਹੀ ਵਿਲ ਜੁਆਇਨ ਬੈਕ।
Am I audible? Hanji Virji, you are audible. Hanji, please go ahead. So ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। So ਦਾ ਟੌਪਿਕ ਵਿਸ਼ਾ ਸੀ ਸਾਕਾ ਨਨਕਾਣਾ ਸਾਹਿਬ ਆਪਣੇ ਭਵਿੱਖ। ਸਟੂਡੈਂਟ ਹੋਣ ਦੇ ਨਾਤੇ ਜਾਂ ਹਿਸਟਰੀ ਦਾ ਉਹ ਹੈਗਾ ਸੰਬੰਧ ਪਾਸਟ ਨਾਲ। ਸੋ ਪਾਸਟ ਹਿਸਟੋਰੀਕਲ ਇਵੈਂਟਸ ਤੋਂ ਬਹੁਤ ਕੁਝ ਸਿੱਖਦੇ ਹਾਂ। ਉਹ ਜਿਹੜੀ ਇਵੈਂਟਸ ਤੋਂ ਅਸੀਂ ਜਿਹੜੀ ਇਨਫੋਰਮੇਸ਼ਨ ਜੋ ਸਿੱਖ ਸਕਦੇ ਹਾਂ ਉਹਨੂੰ ਆਪਾਂ ਜਿਹੜੀਆਂ ਵਰਤਮਾਨ ਦੀਆਂ ਪਰਿਸਥਿਤੀਆਂ ਆ ਉਹਨੂੰ ਸਮਝਣ ਦੇ ਲਈ ਸਾਡੇ ਲਈ ਉਹ ਬੜਾ ਯੋਗ ਤੇ ਸਹਾਈ ਸਿੱਧ ਹੁੰਦਾ ਆ, ਜਿਹਦੇ ਤੋਂ ਭਵਿੱਖ ਦੇ ਕਾਰਜਾਂ ਦੇ ਲਈ ਬਹੁਤ ਕੁਝ ਜਿਹੜੀਆਂ ਯੋਜਨਾਵਾਂ ਕੀਤੀਆਂ ਜਾ ਸਕਦੀਆਂ ਨੇ। ਸੋ ਜਦੋਂ ਭਾਈ ਕੀਤੇ ਸਾਕਾ ਨਨਕਾਣਾ ਸਾਹਿਬ ਇਹਨਾਂ ਅਸੀਂ ਸਾਕਾ ਨਨਕਾਣਾ ਸਾਹਿਬ ਦੇ ਉੱਤੇ ਕੀਤਾ ਜਾ ਰਿਹਾ ਹੈ। ਤੁਸੀਂ ਕੋਈ ਪੇਪਰ ਵਿਸ਼ਾ ਨੂੰ ਪੇਸ਼ ਕਰੋਗੇ ਉਸ ਤੋਂ 2-4 ਦਿਨ ਪਹਿਲਾਂ ਮੈਂ ਸੋਚ ਰਿਹਾ ਸੀ ਕਿ ਜੋ ਵਰਤਮਾਨ ਦੇ ਵਿੱਚ ਜੋ ਵਰਤਾਰਾ ਵਰਤ ਰਿਹਾ ਆ, ਜਿਹਦੇ ਵਿੱਚ ਬਹੁਤ ਸਾਰੀਆਂ ਅੱਜ ਕੱਲ੍ਹ ਨਿਊਜ਼ਪੇਪਰਸ ਦੇ ਵਿੱਚ ਜਾਂ ਦੇਖਿਆ ਜਾਵੇ ਤੇ ਆਪਣਾ ਮੀਡੀਆ ਦੇ ਉੱਪਰ ਪ੍ਰੋਬਲਮ ਆ ਰਹੀ ਹੈ। ਪ੍ਰੋਬਲਮ ਵੀਰ ਜੀ ਤੁਸੀਂ ਆਪਣਾ ਵੀਡੀਓ ਆਫ ਕਰ ਲਓ, ਉਹਦੇ ਨਾਲ ਫਿਰ ਤੁਹਾਡੀ ਵੌਇਸ ਠੀਕ ਆ ਜਾਏਗੀ। ਠੀਕ ਹੈ, ਠੀਕ ਹੈ। ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਜੀ? ਹੁਣ ਬੈਟਰ ਹੈ। ਹਾਂਜੀ ਯਾ ਪਲੀਜ਼। ਠੀਕ ਹੋ ਜੀ? ਹਾਂਜੀ ਵੀਰ ਜੀ ਗੋ ਹੈਡ। ਉਹਦੇ ਨਾਲ ਜਦੋਂ ਆਪਾਂ ਮੈਨੂੰ ਇਹਨਾਂ ਦੱਸਿਆ, ਸੋ ਉਸ ਵਿੱਚ ਦੱਸਿਆ ਜਾ ਰਿਹਾ ਸੀ, ਸਾਨੂੰ ਸਿਖਾਇਆ ਜਾ ਰਿਹਾ ਸੀ ਕਿ ਨੌਨ ਵਾਇਲੈਂਟ ਸਟਰਗਲ ਕਿੱਦਾਂ ਕੀਤੀ ਜਾਂਦੀ ਆ, ਕਿੱਦਾਂ ਇਹ ਸਟੂਡੈਂਟ ਹੋਣ ਦੇ ਨਾਤੇ ਸੋ ਪਾਸ ਨੇ। ਸੋ ਉਸ ਦੇ ਵਿੱਚ ਟੌਪਿਕ ਜਿਹੜਾ ਇਵੈਂਟ ਤੋਂ ਅਸੀਂ ਜਿਹੜੀ ਇਨਫੋਰਮੇਸ਼ਨ ਜੋ ਸਿੱਖ ਸਕਦੇ ਹਾਂ ਉਹਨੂੰ ਆਪਾਂ ਜਿਹਦੇ ਤੋਂ ਗੁਰਦੁਆਰਾ ਸੈਮੀਨਾਰ ਜਿਹੜਾ 16 ਸਾਲਾਂ ਤਿਆਰ ਉਹਨੂੰ ਪੇਸ਼ ਕਰੋਗੇ। ਜਿਹੜੀਆਂ ਵਰਤਮਾਨ ਜਿਹੜੀ ਉਹ ਬੜੇ ਪਹਿਲਾਂ ਮੈਂ ਸੋਚ ਰਿਹਾ ਸੀ ਨਿਊਜ਼ਪੇਪਰਸ ਦੇ ਵਿੱਚ ਜਾਂ ਦੇਖਿਆ ਵਾਇਲੈਂਟ। ਸੋ ਪ੍ਰੋਬਲਮ ਆ ਠੀਕ ਹੈ, ਠੀਕ ਹੈ ਜੀ। ਹੁਣ ਬਾਅਦ ਸੋ ਉਹਦੇ ਉੱਤੇ ਤੁਸੀਂ ਉਹਦੇ ਨਾਲ ਵਿਸ਼ਾ ਉਹਨੂੰ ਪੇਸ਼ ਕਰੋਗੇ। ਸੋ ਮੈਨੂੰ ਗੱਲ ਕਰਦੇ ਹਾਂ। ਸੋ the Shromani Gurdwara Prabandhak Committee has occupied a very important place in the Sikh history as well as in the regional and national history. The formation of the Shromani Gurdwara Prabandhak Committee was a turning point in the history of the Sikhs in the 1920s. It had been set up for the management of all his important and historical Gurdwaras. The struggle of the Shromani Gurdwara Prabandhak Committee was directed against the Mahants and other vested interests in the Sikh shrine and consequently against the British imperialism. The Sikh Gurdwara Act 1925, Punjab Act of 8 of 1925 gave control of all historical Gurdwaras to the Shromani Gurdwara Prabandhak Committee, along with the full freedom to manage them, and the SGPC became a legal institution of the Sikhs. After the enactment of the Gurdwara Act, it emerged as the focal point of the Sikh activities. The Chief Khalsa Diwan, the Singh Sabha movement lost their prior importance. The Shromani Gurdwara Prabandhak Committee and its military wing, the Shromani Akali Dal, became a strong nucleus of the social and religious and political activities of the Sikhs.
and it worked for the propagation of the Sikh religion. It awakened the Sikhs to their responsibility toward the Sikh ones. So ਜਦੋਂ ਅਸੀਂ ਇਹਦੀ ਫਾਰਮੇਸ਼ਨ ਦੀ ਗੱਲ ਕਰਦੇ ਹਾਂ 1920 ਤੱਕ ਆਉਂਦਿਆਂ ਜਦੋਂ 19 ਤੇ 20 ਦੀ ਗੱਲ ਕੀਤੀ ਜਾਂਦੀ ਆ ਉਸ ਵਿੱਚ ਇਹ ਵਰਤਾਰੇ ਬਾਰੇ ਕਿਹਾ ਜਾਂਦਾ ਆ ਵੀ ਇਸ ਮੂਵਮੈਂਟ ਦੇ ਲਈ ਇਸ ਫਾਰਮੇਸ਼ਨ ਦੇ ਲਈ ਜਦੋਂ ਆਪਾਂ ਨੈਸ਼ਨਲ ਹਿਸਟੋਰੀਓਗ੍ਰਾਫੀ ਦੇ ਵਿੱਚ ਜਿਹੜੀ ਹਿਸਟਰੀ ਦੇ ਵਿੱਚ ਵੇਖਦੇ ਆ ਜਿਹਦੇ ਵਿੱਚ ਕਿਹਾ ਜਾਂਦਾ ਆ ਵੀ ਮਹਾਤਮਾ ਗਾਂਧੀ ਦੇ ਪੰਜਾਬ ਆਉਣ ਦੇ ਨਾਲ ਜਾਂ ਅੱਡੀ ਬ੍ਰਦਰ ਦੇ ਨਾਲ ਜਾਂ ਨਾਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਕਰਨ ਦੇ ਨਾਲ ਸੋ ਬਹੁਤ ਸਾਰੇ ਆਪਣੇ ਜਿਹੜੇ ਸਿੱਖ ਹਿਸਟੋਰੀਅਨਸ ਨੇ ਉਹ ਵੀ ਇਹ ਚੀਜ਼ਾਂ ਨੂੰ ਯੂਜ਼ ਕਰਦੇ ਨੇ ਵੀ ਇੱਕ ਸ਼੍ਰੋਮਣੀ ਕਮੇਟੀ ਜਿਹੜੀ ਆ ਜਿਹਦੇ ਵਿੱਚ ਸਿੱਖ ਰਿਸਪੌਂਸ ਦਿੰਦੇ ਆ ਤੇ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਆ ਸੋ ਇਦਾਂ ਦੀ ਜੇ ਆਪਾਂ ਗੱਲ ਕੀਤੀ ਜਾਵੇ ਤੇ ਉਹਦੇ ਨਾਲ ਅਸੀਂ ਬਹੁਤ ਵੱਡੇ ਇਤਿਹਾਸ ਤੋਂ ਮੁਨਫੀ ਹੋ ਜਾਂਦੇ ਹਾਂ ਸੋ देयर आर नंबर ऑफ causes responsible the there are number of causes responsible for the formation of Shromani Gurdwara Prabandhak Committee so ਜੇ ਅਸੀਂ ਗੱਲ ਕਰੀ ਜਿਹਦੇ ਵਿੱਚ ਮੇਰੇ ਆਪਣੇ ਵੱਡੇ ਵੀਰ ਜੀ ਡਾਕਟਰ ਨਿਰਮਲ ਸਿੰਘ ਹੁਣੀ ਗੱਲ ਕਰਕੇ ਗਏ ਨੇ ਜਿਹਦੇ ਬਾਰੇ ਜਿਵੇਂ ਪਿੱਛੇ ਕੁਝ ਇਵੈਂਟਸ ਬਾਰੇ ਜਿਹੜੇ ਰਾਜਨੀਤਿਕ ਕਰਨੇ ਬਾਰੇ ਮੈਂ ਉਹਨਾਂ ਦੀ ਗੱਲ ਰਿਪੀਟੇਸ਼ਨ ਨਹੀਂ ਕਰਾਂਗਾ ਬਟ ਜਦੋਂ ਆਪਾਂ ਦੀ ਗੱਲ ਕਰਦੇ ਆ ਜਾਂ ਫੈਕਟ ਰਿਸਪੌਂਸਿਬਲ ਫਾਰ ਅਵੇਅਰਨੈਸ ਐਂਡ ਸਿੱਖ ਆਇਡੈਂਟੀਟੀ ਕੌਨਸ਼ੀਅਸਨੈਸ in late 19th century the early 20th century ਦੀ ਗੱਲ ਕਰਾਂ ਸੋ ਬਹੁਤ ਸਾਰੇ ਫੈਕਟਰ ਰਿਸਪੌਂਸਿਬਲ ਨੇ ਸੋ ਜਦੋਂ ਆਪਾਂ ਦੀ ਗੱਲ ਕਰਾਂਗੇ ਸੋ ਜਦੋਂ ਇਹਨਾਂ ਚੀਜ਼ਾਂ ਦੀ ਗੱਲ ਕਰਾਂਗੇ ਇਹਦੇ ਨਾਲ ਸੋ ਸਾਨੂੰ ਸ਼ੁਰੂਆਤ ਕਰਨੀ ਪੈਣੀ ਆ ਮਾਡਰਨ ਪੀਰੀਅਡ ਤੋਂ ਸੋ ਬਹੁਤ ਸਾਰੇ ਕਾਜ਼ਸ ਨੇ ਜਿਹੜੇ ਕੀ ਆ ਇਸ ਦੀ ਸਭ ਤੋਂ ਪਹਿਲਾਂ ਮੈਂ ਜਿਹੜੀ ਆ ਗੱਲ ਕਰਾਂਗਾ ਅਨੈਕਸੇਸ਼ਨ ਦੀ ਸੋ ਅਨੈਕਸੇਸ਼ਨ ਦੀ ਜਦੋਂ ਗੱਲ ਕਰਦੇ ਆ ਪੰਜਾਬ ਦੇ ਅਨੈਕਸੇਸ਼ਨ ਦੀ ਗੱਲ ਕਰਦੇ ਆ ਇਟ ਵਾਸ ਟਰਨਿੰਗ ਪੁਆਇੰਟ ਇਨ ਦਾ ਹਿਸਟਰੀ ਆਫ ਦਾ ਸਿੱਖਸ ਸੋ ਇਹਦੇ ਨਾਲ ਬਹੁਤ ਸਾਰੀਆਂ ਚੇਂਜਸ ਆਉਂਦੀਆਂ ਜਦੋਂ 29 ਮਾਰਚ 1849 ਦੇ ਵਿੱਚ ਚੇਂਜ ਕੀਤੀ ਜਾਂਦੀ ਆ ਅਨੈਕਸੇਸ਼ਨ ਹੁੰਦਾ ਆ ਇਹ ਪਾਰਟ ਬਣਦਾ ਆ ਆਪਣਾ ਪੰਜਾਬ ਈਸਟ ਇੰਡੀਆ ਕੰਪਨੀ ਦਾ ਜਾਂ ਬ੍ਰਿਟਿਸ਼ ਅੰਪਾਇਰ ਦਾ ਸੋ ਉਸ ਤੋਂ ਬਾਅਦ ਬਹੁਤ ਸਾਰੀਆਂ ਚੇਂਜਸ ਆਉਂਦੀਆਂ ਨੇ ਇਟ brought a revolutionary changes in administrative setup and economic ਜਿਹੜਾ ਆਪਾਂ ਗੱਲ ਕਰੀਏ ਉਹਦੇ ਪੋਲੀਟੀਕਲ ਸਟਰਕਚਰ ਸਾਰੇ ਦੇ ਵਿੱਚ ਜਿਹੜੀਆਂ ਚੇਂਜਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਨ੍ਹਾਂ ਦੇ ਵਿੱਚ ਟਰਾਂਸਫਾਰਮੇਸ਼ਨ ਹੁੰਦੀ ਆ ਜਿਹੜੀ ਸੈਕਿੰਡ ਹਾਫ ਦੇ ਵਿੱਚ ਜਿਹਦੇ ਵਿੱਚ ਨਵੇਂ ਮੀਨਸ ਆਫ ਕਮਿਊਨੀਕੇਸ਼ਨ ਆਉਂਦੇ ਨੇ ਟਰਾਂਸਪੋਰਟੇਸ਼ਨ ਆਉਂਦੀ ਆ ਵੈਸਟਰਨ ਐਜੂਕੇਸ਼ਨ ਆਉਂਦੀ ਆ ਨਵਾਂ ਜੁਡੀਸ਼ੀਅਲ ਸਿਸਟਮ ਆਉਂਦਾ ਆ ਤੇ ਰੈਵਨਿਊ ਐਡਮਿਨਿਸਟ੍ਰੇਸ਼ਨ ਸੋ ਇਹ ਜਿਹੜਾ ਟ੍ਰੈਡੀਸ਼ਨਲ ਇੰਡੀਅਨ ਸੈਟਅਪ ਆ ਉਹਨੂੰ ਪ੍ਰੋਪਰ ਚੇਂਜ ਕਰਕੇ ਰੱਖ ਦਿੰਦੇ ਨੇ ਸੋ ਇਹ ਜਦੋਂ ਚੇਂਜ ਹੁੰਦਾ ਆ ਸੋ ਇੱਕ ਵੈਸਟਰਨ ਇਨਫਲੂਐਂਸ ਹੁੰਦਾ ਜਿਹੜਾ ਇੰਟਰੋਡਿਊਸ ਕੀਤਾ ਜਾਂਦਾ ਆ ਪੰਜਾਬ ਦੇ ਵਿੱਚ ਸੋ ਇਹਨੂੰ ਰਿਸਪੌਂਸ ਜਿਹੜਾ ਬੜਾ ਵੱਡਾ ਕਾਜ਼ ਆ ਸੋ ਉਸ ਦੇ ਨਾਲ ਕ੍ਰਿਸਚੀਅਨ ਮਿਸ਼ਨਰੀਜ਼ ਜਿਹੜੇ ਨੇ ਉਹ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ ਇਹਨਾਂ ਵਿੱਚ ਦੋ ਕ੍ਰਿਸਚੀਅਨ ਮਿਸ਼ਨਰੀਜ਼ ਦੀ ਮੈਂ ਜਿਹੜੇ ਬੜੇ ਮਹੱਤਵਪੂਰਨ ਨੇ ਉਹਨਾਂ ਦੀ ਗੱਲ ਕਰੂੰਗਾ ਪਹਿਲਾ ਹੈਗਾ ਆ ਅਮਰੀਕਨ ਪ੍ਰੈਸਬਿਟੇਰੀਅਨ ਮਿਸ਼ਨ ਜਿਹੜਾ 1834 ਦੇ ਵਿੱਚ ਲੁਧਿਆਣੇ ਪਹੁੰਚ ਜਾਂਦਾ ਹੈ ਤੇ ਜਦੋਂ ਅਨੈਕਸੇਸ਼ਨ ਹੁੰਦਾ ਤੇ ਉਹਦੀਆਂ ਐਕਟੀਵਿਟੀਜ਼ ਇੱਧਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੈਕਿੰਡ ਹੈਗਾ ਆ ਕ੍ਰਿਸਚੀਅਨ ਮਿਸ਼ਨ ਸੁਸਾਇਟੀ ਸੋ ਇਹਦੇ ਵਿੱਚ ਜਿਹੜਾ ਰਾਬਰਟ ਕਲਾਰਕ ਆ ਜਿਹੜਾ ਫਾਊਂਡਿੰਗ ਮੈਂਬਰ ਆ ਇਸ ਮਿਸ਼ਨ ਦਾ ਉਹਦੀਆਂ ਜੇ ਆਪਾਂ ਲਿਖਤਾਂ ਪੜ੍ਹਦੇ ਆ ਜਿਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਮਿਲਦੀ ਆ ਤੇ ਜਿਹੜੇ ਮੇਨ ਸੈਂਟਰ ਐਸਟੈਬਲਿਸ਼ ਕੀਤੇ ਜਾਂਦੇ ਨੇ ਉਹ ਦੋਨੇ ਕੈਪੀਟਲ ਦੇ ਵਿੱਚ ਕੀਤੇ ਜਾਂਦੇ ਨੇ ਸਿੱਖਾਂ ਦੀ ਪੋਲੀਟੀਕਲ ਤੇ ਰਿਲੀਜੀਅਸ ਕੈਪੀਟਲ ਅੰਮ੍ਰਿਤਸਰ ਤੇ ਲਾਹੌਰ ਦੇ ਲਾਗੇ ਸਾਰੇ ਸੈਂਟਰ ਜਿਹੜਾ ਲਾਰਜ ਨੰਬਰ ਆਫ ਪੀਪਲ ਆਲਸੋ ਅਡਾਪਟ ਕ੍ਰਿਸਚੈਨਿਟੀ ਇਨ ਦਾ ਪੰਜਾਬ ਨਵੇਂ ਜਿਹੜੀ ਆ ਅਟਰੈਕਸ਼ਨ ਹੁੰਦੀ ਆ ਨਵੇਂ ਫੇਥ ਵੱਲ ਸੋ ਜਦੋਂ ਜਿਹਦੇ ਵਿੱਚ ਰਾਬਰਟ ਕਲਾਰਕ ਜਦੋਂ ਆਪਣੀਆਂ ਲਿਖਤਾਂ ਦੇ ਵਿੱਚ ਕਹਿੰਦਾ ਵੀ ਜਿਹੜਾ ਮਾਝਾ ਏਰੀਆ ਆ ਉਹਦੇ ਵਿੱਚ ਜ਼ਿਆਦਾ ਉਹਦੀ ਜਿਹੜਾ ਆ ਲਗਾਵ ਆ ਇਸ ਏਰੀਆ ਦੇ ਵਿੱਚ ਜਿਹੜਾ ਫਾਈਟਿੰਗ ਜਿਹੜੀ ਸਾਨੂੰ ਜਿਹੜੇ ਪ੍ਰੋਪਰ ਐਸੀ ਕੌਮ ਮਿਲ ਰਹੀ ਆ ਜਿਹਦੇ ਵਿੱਚ ਉਹ ਰੈਫਰੈਂਸ ਦਿੰਦਾ ਆ ਜੌਨ ਲਾਰੈਂਸ ਦੀ ਸੋ ਜੌਨ ਲਾਰੈਂਸ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਲਿਖਦਾ ਆ ਵੀ ਜਿਹੜਾ ਇੱਕ ਜਜ਼ਬਾ ਮਿਲ ਰਿਹਾ ਸਿੱਖਾਂ ਨੂੰ ਬੜੀਆਂ ਅਸੀਂ ਲੜਾਈਆਂ ਲੜੀਆਂ ਜਦੋਂ ਇਹਨਾਂ ਨਾਲ ਜੰਗ ਕੀਤੀ ਆ ਇਹਨਾਂ ਨੇ ਜਿਹੜੀਆਂ ਐਂਗਲੋ ਸਿੱਖ ਵਾਰਸ ਹੁੰਦੀਆਂ ਨੇ ਉਹਦੇ ਵਿੱਚ ਇਹਨਾਂ ਦਾ ਜਜ਼ਬਾ ਦੇਖਦਾ ਕਹਿੰਦਾ ਵੀ ਇਹਨਾਂ ਦੇ ਵਿੱਚ ਬਰੂਦ ਰਫਲਾਂ ਦਾ ਜਿਹੜਾ ਕਾਰਤੂਸ ਮੁੱਕ ਜਾਂਦੇ ਨੇ ਪਰ ਖਾਲੀ ਜਿਹੜੇ ਰਫਲ ਉੱਪਰ ਵੀ ਖੜੇ ਨੇ ਜਿੱਤ ਦਾ ਜਜ਼ਬਾ ਲੈ ਕੇ ਜਜ਼ਬਾ ਪਤਾ ਨਹੀਂ ਕਿੱਥੋਂ ਆਉਂਦਾ ਸੋ ਇਹ ਸਾਰੀ ਆਟੋਬਾਇਓਗ੍ਰਾਫੀ ਜਿਹੜੀ ਉਹਨੂੰ ਕੋਡ ਕਰਦਾ ਆ ਸੋ ਬੜੀ ਜਿਹੜਾ ਇੱਕ
ਵੱਖਰਾ ਜਦੋਂ ਆਪਾਂ ਗੱਲ ਕਰਾਂਗੇ ਕ੍ਰਿਸਚਨ ਮਿਸ਼ਨਰੀਜ਼ ਜਿਹੜੇ ਨੇ ਅਟੈਕ ਕਰਦੇ ਨੇ ਜਦੋਂ ਇੰਡੀਜੀਨੀਅਸ ਰਿਲੀਜਨ ਤੇ, ਜਿਹੜੇ ਇੱਥੋਂ ਦੇ ਨੇਟਿਵ ਸੋਸ਼ਲ ਲੀਡਰ ਨੇ ਉਹ ਡਰਾਬੈਕ ਦਿੰਦੇ ਨੇ। ਸੋ ਉਸ ਤੋਂ ਬਾਅਦ ਜਿਹੜੀਆਂ ਮੂਵਮੈਂਟਸ ਆਉਂਦੀਆਂ ਨੇ, ਇੱਕ ਰਿਫਾਰਮ ਮੂਵਮੈਂਟਸ ਆਉਂਦੀਆਂ ਨੇ, ਜਿਨ੍ਹਾਂ ਦੇ ਵਿੱਚ ਸਿੰਘ ਸਭਾ ਮੂਵਮੈਂਟ ਜਿਹੜੀ ਬਹੁਤ ਹੀ ਮਹੱਤਵਪੂਰਨ ਮੂਵਮੈਂਟ ਆ। ਸੋ ਅੱਜ ਕੱਲ ਦੇਖਿਆ ਜਾਵੇ ਤਾਂ ਬੜਾ ਜਿਹੜਾ ਇਹਨੂੰ ਆ ਇੱਕ ਮੇਨ ਏਰੀਆ ਮੰਨ ਲਿਆ ਜਾਂਦਾ ਹੈ। ਖਾਸ ਕਰਕੇ ਗੱਲ ਕੀਤੀ ਜਾਵੇ ਤੇ ਨਾਰਥ ਅਮਰੀਕਾ ਦੇ ਆਥਰਸ ਰਾਈਟਰਸ ਜਿਹੜੇ ਨੇ ਇਸ ਮੂਵਮੈਂਟ ਤੇ ਉਹਨਾਂ ਦਾ ਬਹੁਤ ਵੱਡਾ ਧਿਆਨ ਹੈ। ਸੋ ਕਹਿੰਦੇ ਨੇ ਜਿਹੜੀਆਂ ਚੇਂਜਸ ਆ ਰਹੀਆਂ ਨੇ, ਬਟ ਜੇ ਸਿੱਖਾਂ ਦੀ ਹਿਸਟਰੀ ਦੀ ਗੱਲ ਕਰਨੀ ਆ ਤਾਂ ਸਿੱਖਾਂ ਦੀ ਹਿਸਟਰੀ ਤਾਂ ਉਸ ਤੋਂ ਪਹਿਲਾਂ ਦੀ ਜੋਰੀ ਜਿਹੜੀ 1469 ਤੋਂ ਆ ਰਹੀ ਹੈ। ਉਸ ਤੋਂ ਬਾਅਦ ਗੁਰੂ ਪੀਰੀਅਡ ਤੋਂ ਬਾਅਦ ਜੇ ਉਹਨੂੰ ਮੁਨਫੀ ਕਰਕੇ ਕੱਲਾ ਇਹਦੇ ਉੱਤੇ ਸ਼ੁਰੂਆਤ ਕਰਕੇ ਤੇ ਇਹਦੇ ਉੱਤੇ ਲਿਖਿਆ ਜਾਊਗਾ ਤੇ ਮੈਨੂੰ ਲੱਗਦਾ ਆ ਉਹ ਸਿੱਖ ਹਿਸਟਰੀ ਨਾਲ ਕੋਈ ਨਿਆਂ ਨਹੀਂ ਹੋਊਗਾ। ਸੋ ਇਹ ਵੱਖਰਾ ਇਸ਼ੂ ਆ ਜਿੱਥੇ ਬਹੁਤ ਲੰਮੀ ਚੌੜੀ ਜਿਹੜੀ ਆ ਗੱਲ ਕੀਤੀ ਜਾ ਸਕਦੀ ਆ ਤੇ ਗੱਲ ਜਿਹੜੀ ਆ ਹੋ ਵੀ ਰਹੀ ਆ। ਸੋ ਸਿੰਘ ਸਭਾ ਮੂਵਮੈਂਟ ਬੜੀ ਇੰਪੋਰਟੈਂਟ ਮੂਵਮੈਂਟ ਆ। ਜਿਹੜੀ ਸਿੰਘ ਸਭਾ ਮੂਵਮੈਂਟ ਜਿਹੜੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਸਿੰਘ ਸਭਾ ਜਿਹੜੀ ਆ ਉਹਦੀ ਸ਼ੁਰੂਆਤ ਹੁੰਦੀ ਆ 1873 ਦੇ ਵਿੱਚ ਮੰਜੀ ਸਾਹਿਬ ਤੋਂ। ਉਸ ਤੋਂ ਬਾਅਦ ਲਾਹੌਰ ਸਿੰਘ ਸਭਾ ਜਿਹੜੀ ਆ 1879 ਦੇ ਵਿੱਚ ਹੋਂਦ ਵਿੱਚ ਆਉਂਦੀ ਆ। ਸੋ ਇਸ ਮੂਵਮੈਂਟ ਦੁਆਰਾ ਬਹੁਤ ਵੱਡਾ ਰੋਲ ਪਲੇ ਕੀਤਾ ਗਿਆ ਤੇ ਇਹ ਮੂਵਮੈਂਟ ਦੂਸਰੀ ਰਿਫਾਰਮ ਮੂਵਮੈਂਟਸ ਤੋਂ ਟੋਟਲੀ ਡਿਫਰੈਂਟ, ਜਿਹਦੇ ਵਿੱਚ ਆਪਣੇ ਕਰੈਕਟਰ ਦੇ ਵਿੱਚ ਤੇ ਆਪਣੀ ਆਰਗੇਨਾਈਜੇਸ਼ਨਲ ਅਪਰੋਚ ਦੇ ਵਿੱਚ it brought a great religious and political awakening among the Sikhs। ਜਿਹੜਾ ਇਤਿਹਾਸ ਰਚਿਆ ਜਾਂਦਾ ਆ, ਜਿਹੜਾ ਸਿੱਖ ਲਿਟਰੇਚਰ ਦੇ ਵਿੱਚ ਇਹਦਾ ਕੰਟਰੀਬਿਊਸ਼ਨ ਆ, ਪੰਜਾਬੀ ਲਈ ਕੰਟਰੀਬਿਊਸ਼ਨ ਆ, ਜਿਹੜਾ ਇੱਕ ਲੈਵਲ ਜਿਹੜਾ ਆ ਅਵੇਅਰਨੈਸ ਦਾ ਵਧਾਇਆ ਜਾਂਦਾ ਬੌਧਿਕ ਪੱਧਰ ਤੇ, ਲੋਕ ਜਿਹੜੇ ਸਿੱਖਾਂ ਨੂੰ ਇੱਕ ਐਸ ਕੀ ਆ ਲੈਵਲ ਤੇ ਲੈ ਆਉਂਦੀ ਆ ਵੀ ਉਹਨਾਂ ਦੀ ਜਿਹੜੀ ਆ ਜਿਨ੍ਹਾਂ ਦੇ ਵਿੱਚ ਉਹਦੀ ਅਵੇਅਰਨੈਸ ਆ ਤੇ ਕੌਨਸ਼ੀਅਸਨੈਸ ਆ ਉਹ ਤਾਂ ਬਹੁਤ ਜਿਹੜੀ ਆ ਉਹ ਇਨਕਰੀਜ਼ ਹੋ ਜਾਂਦੀ ਆ। ਜਿਹਦੇ ਵਿੱਚ ਵੱਖਰੇ ਸਿੰਘ, ਕਿਉਂਕਿ ਮੈਂ ਬਰੀਫਲੀ ਕਰਾਂਗਾ, ਟਾਈਮ ਦਾ ਜਿਹੜਾ ਮੈਂ ਦੇਖੂੰਗਾ ਅੱਗੇ ਵੀ ਟਾਈਮ ਜਿਹੜਾ ਜ਼ਿਆਦਾ ਗਿਆ, ਮੈਂ ਬਿਲਕੁਲ ਥੋੜੇ ਜਿਹੇ ਟਾਈਮ ਦੇ ਵਿੱਚ ਜਿਹੜੇ ਕਾਜ਼ਸ ਆ ਇਹਨਾਂ ਨੂੰ ਡਿਫਾਈਨ ਕਰਕੇ ਪ੍ਰੋਪਰ ਆਪਾਂ ਅੱਗੇ ਪਹੁੰਚਾਂਗੇ। ਇਸ ਮੂਵਮੈਂਟ ਦਾ ਬੜਾ ਵੱਡਾ ਰੋਲ ਆ ਜਿਹਦੇ ਵਿੱਚ ਅੱਗੇ ਜਾ ਕੇ। ਸੋ ਇਸ ਤੋਂ ਅੱਗੇ ਇੱਕ ਸੈਕਿੰਡ ਫੈਕਟਰ ਜਿਹੜਾ ਬੜਾ ਇੰਪੋਰਟੈਂਟ ਫੈਕਟਰ ਆ, ਸੋ ਸੈਕਿੰਡ ਮੇਜਰ ਫੈਕਟਰ ਰਿਸਪੋਂਸਿਬਲ ਫॉर ਅਵੇਅਰਨੈਸ among the Sikhs and Sikh identity consciousness was an effort to prove Sikh as a Hindu। ਸੋ ਆਰੀਆ ਸਮਾਜ ਹੋਰ ਰਿਫਾਰਮਿਸਟ ਮੂਵਮੈਂਟ ਜਿਹੜੀਆਂ ਨੇ ਪੰਜਾਬ ਵਿੱਚ ਆ ਜਾਂਦੀਆਂ ਨੇ। ਮੂਵਮੈਂਟ ਭਾਵੇਂ ਪੰਜਾਬ ਤੋਂ ਬਾਹਰ ਸ਼ੁਰੂਆਤ ਹੁੰਦੀ ਹੈ ਬਟ ਓਵਰਵੈਲਮਿੰਗ ਰਿਸਪੌਂਸ ਇਹਨੂੰ ਪੰਜਾਬ ਦੇ ਵਿੱਚ ਮਿਲਦਾ ਹੈ। ਬਟ ਥੋੜੇ ਸਮੇਂ ਬਾਅਦ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਸਿੱਖ ਨੇ ਇਸ ਦੀਆਂ ਜਿਹੜੀਆਂ ਸਮਾਜ ਦੀਆਂ ਮੀਟਿੰਗਸ ਨੇ ਉਹ ਕਰਵਾਉਂਦੇ ਨੇ, ਬੜਾ ਐਫਰਟ ਕਰਦੇ ਨੇ। ਬਟ ਥੋੜੇ ਸਮੇਂ ਤੋਂ ਬਾਅਦ ਜਦੋਂ ਇਸ ਮੂਵਮੈਂਟ ਦੁਆਰਾ ਇੱਕ ਸਿੱਖ ਰਿਲੀਜਨ ਦੇ ਉੱਤੇ ਅਟੈਕ ਕੀਤਾ ਜਾਂਦਾ ਆ, ਸੋ ਜਿਹੜੀ ਸਿੰਘ ਸਭਾ ਮੂਵਮੈਂਟ ਆ did not confine itself to social and religious work but also attacked the Arya Samaj which claimed Sikhism to be a branch of a Hinduism and attacked the Sikh Guru and Sikh scriptures। Immediately ਭਾਈ ਜਵਾਹਰ ਸਿੰਘ ਗਿਆਨੀ ਦਿੱਤ ਸਿੰਘ, ਭਾਈ ਮਾਇਆ ਸਿੰਘ ਰਿਜ਼ਾਈਨਡ ਦਿੰਦੇ ਨੇ ਜਿਹੜੇ ਆਰੀਆ ਸਮਾਜ ਨਾਲ ਕਰ ਰਹੇ ਨੇ ਤੇ ਸਿੰਘ ਸਭਾ ਦੇ ਨਾਲ ਆ ਕੇ ਜੁੜ ਜਾਂਦੇ ਨੇ। ਸੋ ਉਸ ਤੋਂ ਬਾਅਦ ਸਿੰਘ ਸਭ ਜਿਹੜਾ ਆਰੀਆ ਸਿੱਖ ਕਨਫਰੰਟੇਸ਼ਨ ਆ ਜਿਹੜੀ ਸਿੱਖ ਆਇਡੈਂਟੀਟੀ ਨੂੰ ਜਿਹੜੀ ਆ ਇੱਕ ਵੱਖਰੀ ਸਿੱਖ ਆਇਡੈਂਟੀਟੀ ਬਾਰੇ ਜਿਹੜਾ ਕੌਨਸ਼ੀਅਸਨੈਸ ਆ ਉਹਨੂੰ ਵਧਾਇਆ ਜਾਂਦਾ। ਸੋ ਜਦੋਂ ਅਸੀਂ ਕੌਨਸ਼ੀਅਸਨੈਸ ਇਜ਼ ਅ ਮਲਟੀਫੈਸੇਟਡ ਫਿਨੋਮੇਨਨ, ਵੇਰੀਅਸ ਟਰਮਸ ਆਰ ਯੂਜ਼ਡ ਟੂ ਡਿਸਕ੍ਰਾਈਬ ਇਟਸ ਫੈਸੇਟਸ। ਸੋ ਵੱਖਰੀਆਂ ਸੋ ਜੇ ਮੈਂ ਜਿਹਨੂੰ 8 ਮਿੰਟ ਮੈਕਸਿਮਮ, ਸੋ ਜੇ ਸ਼ੁਰੂਆਤੀ ਤੌਰ ਤੇ ਗੱਲ ਕੀਤੀ ਜਾਵੇ ਤੇ ਜਿਹਦੇ ਵਿੱਚ ਹੋਰ ਮੂਵਮੈਂਟਸ ਜਿਹਦੀ ਗੱਲ ਕਰਾਂਗੇ ਆਪਾਂ, ਜਿਹਦੇ ਵਿੱਚ ਸੋ ਕਿਹਾ ਗਿਆ ਵੀ ਤੁਸੀਂ 8 ਮਿੰਟ ਦੇ ਵਿੱਚ ਆਪਣਾ ਰੈਪ ਕਰੋ। ਸੋ ਜੇ ਉਸ ਤੋਂ ਬਾਅਦ ਫਿਰ ਤੱਤ ਖਾਲਸਾ ਆਉਂਦਾ ਆ ਤੇ ਤੱਤ ਖਾਲਸਾ ਦੁਆਰਾ ਜਿਹਦੇ ਵਿੱਚ ਆਪਾਂ ਕਹਾਂਗੇ those who representing the reformist sector of the Singh Sabha came to be known as the Tat Khalsa, pure Khalsa। So their core doctrine was the Guru Gurdwara and Guru Granth Sahib। And ਜਿਹੜੇ ਮੇਨ ਚੀਜ਼ਾਂ ਸ਼ੁਰੂ ਕੀਤੀਆਂ ਨੇ ਗੁਰਦੁਆਰਾ ਦੀ, ਗੁਰੂ ਗ੍ਰੰਥ ਸਾਹਿਬ ਦੀ ਤੇ ਪ੍ਰੋਪਰ ਜਿਹਦੇ ਵਿੱਚ 3 ਜੀ ਦੀ ਗੱਲ ਕੀਤੀ ਰਹੀ ਆ, ਉਹ ਇਹਨਾਂ ਦਾ ਮੇਨ ਡਾਕਟਰਾਈਨ ਆ ਜਿਹੜਾ ਇੱਕ ਸੈਂਟਰ ਬਣ ਜਾਂਦਾ ਤੱਤ ਖਾਲਸਾ ਯੂਨੀਵਰਸ ਦਾ। ਸੋ ਜਿਹੜੇ ਗੁਰੂ ਗੁਰਦੁਆਰਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਜਾ ਰਹੀ ਆ, ਸੋ ਇਹ ਜਿਹੜੀ ਗੱਲ ਆ
ਬੜੇ ਪਹਿਲੇ ਸਮੇਂ 18ਵੀਂ ਸਦੀ ਤੋਂ ਲਈਏ ਤੇ ਉਹ ਵੀ ਗੱਲ ਹੋ ਰਹੀ ਆ। ਸੋ ਇਹਨਾਂ ਦੁਆਰਾ ਜਿਹੜੇ ਗੁਰੂ ਦੇ ਵਿਚਾਰ ਨੇ ਉਹਨੂੰ ਪ੍ਰਚਾਰਿਆ ਜਾ ਰਿਹਾ, ਲੋਕਾਂ ਤੱਕ ਪਹੁੰਚਾਇਆ ਜਾ ਰਿਹਾ, ਜਿਹੜੀ ਸੱਚਾਈ ਆ, ਜਿਹੜਾ ਬਿਲਕੁਲ ਹਿਸਟਰੀ ਆ, ਸਿੱਖ ਲਿਟਰੇਚਰ ਆ, ਉਪਜਿਆ ਜਾ ਰਿਹਾ। ਸੋ ਜਦੋਂ ਇੱਕ ਬੌਧਿਕ ਲੈਵਲ ਜਿਹੜਾ ਆਮ ਆ ਲੋਕਾਂ ਦਾ ਸੰਗਤ ਤੱਕ ਪਹੁੰਚਣਾ ਸ਼ੁਰੂ ਕਰਦੇ ਆ ਤੇ ਵਧਣਾ ਸ਼ੁਰੂ ਹੁੰਦਾ ਆ, ਜਿਹਦੇ ਨਾਲ ਕੀ ਆ ਜਦੋਂ 1905 ਦੇ ਵਿੱਚ ਮੇਨ ਜਿਹੜੀ ਆ ਚੇਂਜਸ ਆਉਣੀਆਂ ਸਾਨੂੰ ਸਿੱਧੇ ਰੂਪ ਵਿੱਚ ਦਿਖਣੀਆਂ ਸ਼ੁਰੂ ਹੋ ਜਾਂਦੀਆਂ, ਜਿਹਦੇ ਵਿੱਚ 2 ਮਈ 1905 ਦੇ ਵਿੱਚ ਜਿਹੜੀਆਂ ਹਰਮੰਦਰ ਸਾਹਿਬ ਦੀਆਂ ਜਿਹੜੀਆਂ ਪ੍ਰਕਰਮਾਂ ਦੇ ਵਿੱਚ ਜਿਹੜੀਆਂ ਆਈਡਲ ਸਲਾਈਆਂ ਗਈਆਂ ਉਹਨਾਂ ਨੂੰ ਰਿਮੂਵ ਕੀਤਾ ਜਾਂਦਾ ਤੇ ਅਰੂੜ ਸਿੰਘ ਦੁਆਰਾ ਜਿਹੜਾ ਮੈਨੇਜਰ ਆ ਹਰਮੰਦਰ ਸਾਹਿਬ ਦਾ, ਉਹਦੇ ਦੁਆਰਾ ਆਰਡਰ ਦਿੱਤਾ ਜਾਂਦਾ ਆ। ਸੋ ਉਸ ਤੋਂ ਬਾਅਦ ਆਨੰਦ ਮੈਰਿਜ ਐਕਟ ਆਉਂਦਾ ਆ 1909 ਦਾ। ਸੋ ਉਸ ਤੋਂ ਬਾਅਦ ਜਿਹੜੀ ਆ ਸਿੰਘ ਸਭਾ ਮੂਵਮੈਂਟ ਤੇ ਜਿਹੜੀ ਤੱਤ ਖਾਲਸਾ ਬੜੇ ਐਫਰਟ ਜਿਹੜੇ ਇਹਨਾਂ ਦੁਆਰਾ ਕੀਤੇ ਜਾਂਦੇ ਆ। ਸੋ ਜਦੋਂ ਅੱਗੇ ਜਾ ਕੇ ਅਸੀਂ ਗੱਲ ਕਰਾਂਗੇ ਜਿਹਦੇ ਵਿੱਚ ਮਾਈਗ੍ਰੇਸ਼ਨ ਦੀ ਗੱਲ ਆਊਗੀ, ਸੋ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਇੰਡੀਅਨ ਇਮੀਗ੍ਰੈਂਟਸ ਦਾ ਫੋਰਨ ਕੰਟਰੀਜ਼ ਦੇ ਵਿੱਚ, ਗਦਰ ਮੂਵਮੈਂਟ ਆਉਂਦੀ ਆ ਜਿਹੜੀ ਪੋਲੀਟੀਕਲੀ ਜਿਹੜੀ ਆ ਉਹ ਜਿਹੜੀ ਕੌਨਸ਼ੀਅਸਨੈਸ ਆ ਉਹਨੂੰ ਇਨਕਰੀਜ਼ ਕਰਦੀ ਆ। ਜਿਸ ਤੋਂ ਬਾਅਦ ਅੱਗੇ ਜਾ ਕੇ ਤੀਜਾ ਇੰਪੋਰਟੈਂਟ ਜਿਹੜੀ ਗੱਲ ਆ, ਜੇ ਥੋੜੇ ਜਿਹੇ ਸਮੇਂ ਦੇ ਵਿੱਚ ਸਿਰਫ 8 ਮਿੰਟ ਦੇ ਵਿੱਚ ਤੁਸੀਂ ਰੈਪ ਅਪ ਕਰਨਾ, ਸੋ ਮੈਕਸਿਮਮ ਮੈਂ ਇਹਦੇ ਵਿੱਚ ਗੱਲ ਕਰੂੰਗਾ ਤੀਜਾ ਜਿਹੜਾ ਇੰਪੋਰਟੈਂਟ ਕਾਜ਼ ਆ, ਜਿਹੜੇ ਵੀ ਇੰਪੋਰਟੈਂਟ ਹਿਸਟੋਰੀਕਲ ਗੁਰਦੁਆਰਾ ਨੇ came under control the corrupt mahants. The British government from the beginning of the colonial rule in the Punjab played important role in the Sikh affairs. It maintained not only the Sikh aristocracy but also used Gurdwara through their custodians as a channel for indirect control of the Sikhs. Aristocratic families and religious figures were recognized by the government, and there were given rent-free land grants and pensions. Most of the historical gurdwaras were under the control of hereditary mahants, and the government nominated managers and custodians and religious leaders of the Sikh community. And most of these custodians over period had become both and economically corrupt. The untouched followers of the Guru could not enter the Akal Takht and Harmandir Sahib and make ardas. The house of one God was fitted with idols. ਸੋ ਜਦੋਂ ਇਸ ਤੋਂ ਅੱਗੇ ਜਿਹੜੀ 19ਵੀਂ ਸਦੀ ਦੀ ਸ਼ੁਰੂਆਤੀ ਜਦੋਂ ਲਖਨਊ ਪੈਕਟ ਹੁੰਦਾ ਤੇ ਸਾਈਡ ਲਾਈਨ ਕੀਤਾ ਜਾਂਦਾ ਸਿੱਖਾਂ ਨੂੰ, ਤੇ ਸਿੱਖ ਮਹਿਸੂਸ ਕਰਦੇ ਇੱਕ ਪੋਲੀਟੀਕਲ ਬਾਡੀ ਆਵੇ ਜਿਹਦੇ ਵਿੱਚ ਸਿੱਖ ਲੀਗ ਆਉਂਦੀ ਆ। ਸੋ ਜਿਹੜੇ ਦੂਜੇ ਕਨਸਟੀਟਿਊਸ਼ਨਲ ਬੈਨੀਫਿਟ ਲੈਣੇ ਚਾਹੁੰਦੀ ਆ ਵੀ ਜਿਹੜੇ ਲਏ ਜਾਣ, ਜਿਵੇਂ ਦੂਸਰੀਆਂ ਕਮਿਊਨਿਟੀਜ਼ ਲਈ ਜਾਂਦੀਆਂ ਲੈ ਰਹੀਆਂ ਨੇ। ਸੋ ਮੌਂਟੇਗੂ ਕੈਲਮਸਫੋਰਡ ਰਿਫਾਰਮ ਐਕਟ ਆਉਂਦਾ ਜਿਹਦੇ ਵਿੱਚ 18% ਦਿੱਤੀ ਜਾਂਦੀ ਆ ਅੰਡਰ ਤੱਤ ਖਾਲਸਾ ਪ੍ਰੈਸ਼ਰ ਦੇ। ਚੀਫ ਖਾਲਸਾ ਦੀਵਾਨ ਵੀ ਜਿਹੜਾ ਆ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਦਾ ਆ। ਜਿਹਦੇ ਵਿੱਚ ਆਪਾਂ ਗੱਲ ਕਰੀਏ we were 12%, we got 18% and we were talking about the 33%. ਸੋ ਜਦੋਂ ਸ਼ੁਰੂਆਤੀ ਦੌਰ, ਜਦੋਂ ਅਰਲੀ 20th century ਦੀ ਗੱਲ ਕਰਾਂਗੇ, ਜਿਹੜਾ ਫੋਕਸ ਆਫ the Sikhs and their leadership shifted to reform of their shrine. The Singh Sabha, the Chief Khalsa Diwan and some of the Sikh leaders had made attempts through their memorial to seek help from the government for the purification of the Gurdwara. The Sikh reformer adopted the other method also, such as boycotting the shrine, criticism, public pressure, etc. But they did not get success. The British officially tactfully encouraged the Mahants to seek the protection of the law. The Mahants were put on their guards and they found out the weakness of the law and the strength of their own positions. The reformist Sikhs wanted to gain constitutional benefit for the Sikhs on the lines of the other community. The reformers in the 20th century ਦੀ ਗੱਲ ਕਰਦੇ ਹਾਂ, ਸ਼ੁਰੂਆਤੀ ਦੌਰ ਦੀ ਗੱਲ ਕਰਦੇ ਹਾਂ 1920 ਦੇ ਲਾਗੇ 17 ਤੋਂ ਲੈ ਕੇ 20 ਤੱਕ। The reformers among the Sikhs were in new mood. They organized themselves on the local jathas, and struggle for reform was initiated by them in the respected areas. But shortly afterwards, one representative body of the Sikhs, the Shromani Gurdwara Prabandhak Committee, with its military wing, the Shromani Akali Dal, came into existence. The SGPC sent Akali Jatha to various historical Gurdwaras to liberate them. Many Mahants either surrendered to the Akalis or agreed to the work as an employee of the SGPC. In the other cases, Akali had launched morcha to free the Gurdwaras, and large number of Gurdwaras were liberated by the Akalis.
ਸੋ ਜਿਹਦੇ ਵਿੱਚ ਜਿਹੜੇ ਆ 1920 ਤੋਂ ਲੈ ਕੇ 25 ਤੱਕ ਜਿਹੜੇ ਆ ਵੱਖ-ਵੱਖ ਗੁਰਦੁਆਰੇ ਜਿਨ੍ਹਾਂ ਦੇ ਵਿੱਚ 5 ਬੜੇ ਮਹੱਤਵਪੂਰਨ ਜਿਹੜੇ ਮੋਰਚਾਸ ਨੇ ਜਿਹੜੇ ਉਹ ਉੱਥੇ ਲਾਏ ਜਾਂਦੇ ਨੇ। ਸੋ ਜੇ ਆਪਾਂ ਗੱਲ ਕਰੀਏ ਤੇ ਸਿੱਖ ਰਿਫਾਰਮਰਸ ਦੁਆਰਾ ਜਿਹੜੇ ਹੋਰ ਵੀ ਮੈਥਡ ਜਿਹੜੇ ਨੇ ਉਹ ਅਡਾਪਟ ਜਿਹੜੇ ਨੇ ਉਹ ਅਪਣਾਏ ਜਾਂਦੇ, ਜਿਨ੍ਹਾਂ ਦੇ ਵਿੱਚ ਬਾਈਕਾਟ ਕੀਤਾ ਜਾਂਦਾ ਆ, ਕ੍ਰਿਟਿਸਿਜ਼ਮ ਕੀਤਾ ਜਾਂਦਾ ਆ, ਪਬਲਿਕ ਪ੍ਰੈਸ਼ਰ ਜਿਹੜਾ ਆ ਉਹ ਬਣਾਇਆ ਜਾਂਦਾ ਆ, ਬਟ ਉਹਨਾਂ ਨੂੰ ਸਕਸੈਸ ਨਹੀਂ ਮਿਲਦੀ ਕਿਉਂਕਿ ਜਿਹੜੇ ਬ੍ਰਿਟਿਸ਼ ਅਫੀਸ਼ੀਅਲ ਨੇ ਟੈਕਟਲੀ ਇਨਕਰੇਜ ਕਰਦੇ ਨੇ ਮਹੰਤ ਨੂੰ, ਉਹਨਾਂ ਨੂੰ ਪ੍ਰੋਟੈਕਸ਼ਨ ਮਿਲਦੀ ਆ ਜਿਹੜੀ ਆ ਸਟੇਟ ਤੋਂ, ਸੋ ਆਪਣੇ ਗਾਰਡ ਰੱਖ ਲੈਂਦੇ ਨੇ, ਜਿਹੜੀ ਆਪਣੀ ਪੋਜੀਸ਼ਨ ਆ ਉਹਨੂੰ ਜਿਹੜੇ ਆ ਉਹ ਸਟਰੋਂਗ ਕਰ ਲੈਂਦੇ ਨੇ। ਸੋ ਜੇ ਹੁਣ ਗੱਲ ਕਰੀਏ ਸੋ 1920 ਤੋਂ ਲੈ ਕੇ ਤੇ 25 ਤੱਕ ਗੁਰਦੁਆਰਾ ਸੁਧਾਰ ਲਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਿਹੜੀ ਆ ਉਹ ਚਲਾਈ ਜਾਂਦੀ ਹੈ, ਜਿਸ ਵਿੱਚ ਵੱਖ-ਵੱਖ ਮੋਰਚੇ ਜਿਹੜੇ ਨੇ ਉਸ ਇਸ ਸੁਧਾਰ ਲਹਿਰ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੁਆਰਾ ਜਿਹੜੇ ਨੇ ਉਹ ਸ਼ੁਰੂ ਕੀਤੇ ਜਾਂਦੇ ਨੇ। ਸੋ ਮੈਕਸਿਮਮ 8 ਮਿੰਟ। ਸੋ ਜਦੋਂ ਬਹੁਤ ਟਾਈਮ ਪੀਰੀਅਡ ਦੀ ਤੁਸੀਂ ਗੱਲ ਕੀਤੀ ਆ, ਸੋ ਮੈਂ ਤਾਂ ਜਿਹੜਾ ਆ ਆਪਾਂ ਕਾਜ਼ਸ ਦੀ ਗੱਲ ਕੀਤੀ ਆ, ਸੋ ਆਈ ਥਿੰਕ ਸੀ ਮੈਂ 30 ਮਿੰਟਸ ਦੇ ਵਿੱਚ ਪ੍ਰੋਪਰ ਰੈਪ ਕਰੂੰਗਾ ਤੇ ਚੰਗੀ ਤਰ੍ਹਾਂ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਇਹ ਦੱਸ ਸਕੂੰਗਾ ਵੀ ਜਿੱਦਾਂ ਵੀ ਸ਼੍ਰੋਮਣੀ ਕਮੇਟੀ ਦੀ ਸਥਾਪਤੀ ਕਿਵੇਂ ਹੋਈ ਆ। ਸੋ ਟਾਈਮ ਲਿਮਿਟ ਤਾਂ 8 ਮਿੰਟਸ ਜਿਹੜਾ ਆ ਉਹ ਕੰਪਲੀਟ ਹੋ ਚੁੱਕਾ ਆ। ਸੋ ਅਗਲੇ ਲੈਕਚਰ ਦੇ ਵਿੱਚ ਜੇ ਤੁਸੀਂ ਕਹੋਗੇ ਤਾਂ ਉਹ ਪ੍ਰੋਪਰ ਜਿਹੜਾ ਟਾਈਮ ਦਿੱਤਾ ਜਾਵੇ ਤੇ ਜਿਹਦੇ ਵਿੱਚ ਕੀ ਆ ਮੈਂ ਚੰਗੇ ਤਰੀਕੇ ਨਾਲ ਜਿਹੜਾ ਆ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਜਿਹੜੀ ਸਥਾਪਤੀ ਬਾਰੇ ਆ ਉਹ ਜਿਹੜੀ ਆ ਅੱਗੋਂ ਜਿਹੜੀ 1920 ਤੋਂ ਚੱਲੂਗੀ ਤੇ ਬੜੇ ਵਧੀਆ ਤਰੀਕੇ ਨਾਲ ਤੇ ਬੜੇ ਸਮੇਂ ਦੇ ਨਾਲ ਤੇ ਬੜੇ ਟਾਈਮ ਦੇ ਵਿੱਚ ਮੈਂ ਚੰਗੇ ਤਰੀਕੇ ਨਾਲ ਜਿਹੜੀ ਆਪਣੀ ਕੋਸ਼ਿਸ਼ ਦੇ ਵਿੱਚ ਜਿਹੜੀ ਆ ਉਹ ਪੇਸ਼ ਕਰ ਸਕੂੰਗਾ। ਸੋ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਮੈਂ ਉਸ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਅੱਗੇ ਦਾ ਪ੍ਰੋਗਰਾਮ ਆ ਉਹ ਦੱਸਿਆ ਜਾਵੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਦਿਲਬਾਗ ਸਿੰਘ ਜੀ ਤੇ ਡਾਕਟਰ ਨਿਰਮਲ ਸਿੰਘ ਜੀ। ਮੈਂ ਬਸ ਇੱਕ ਵੈਰੀ ਕੁਇਕਲੀ ਕਪਲ ਆਫ ਅਨਾਉਂਸਮੈਂਟਸ, ਇਹ ਜਿਹੜੀ ਆਪਾਂ ਸੀਰੀਜ਼ ਜੋ ਆਪਾਂ ਕਰ ਰਹੇ ਹਾਂ, this started on January 26th with an event from California University, Fresno. The upcoming events are on February 20th. We have 2 overlapping events. One is from Gurdwara Sikh Cultural Society, Richmond Hill, New York, and the other is being presented and hosted by United Sikhs, which will be a panel discussion on Sakha Nankana, Leading Change. And of course, in this series, the final event will be hosted on March 10th, 2021. And I would request everyone to please stay tuned through our website, www.sakhanankana.org. Parminder ji, thank you very much.